ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਭਰ ਸ੍ਰੀ ਹਰਿ ਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਉ ਬੁਲਾਵੇ ਤੂੰ ਬੋਲੇ ਸੁਆਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗਿਆਨ ਧਿਆਨ ਕਿਛ ਕਰ ਬੇ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬ ਸਿੱਖ ਸੰਗਤਾਂ, ਮਾਈ ਭਾਈ, ਵਡਭਾਗਿਓ, ਧੰਤਾ ਦੀ ਜੋਗੋ, ਜੋ ਕਿ ਇਸ ਵਕਤ ਜੁਗੋ ਜੁਗੇ ਅਟਲ ਗੱਦੀ ਤੇ ਸੁਭਾਈਮਾਨ ਚਬਰ ਤਖਤ ਦੇ ਮਾਲਕ, ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਫਲੀਆਂ ਬਣਾ ਰਹੇ ਹੋ। ਵੱਡਿਆਂ ਭਾਗਾਂ ਵਾਲੇ ਹੋ। ਆਓ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਸਰਵਣ ਕਰਕੇ ਲਾਹੇ ਲੈ ਕੇ ਧੰਤਾ ਦੇ ਯੋਗ ਬਣੀਏ। ਕੱਲ ਆਪਾਂ ਨੇ ਸਰਵਣ ਕੀਤਾ ਸੀ ਕਿ ਬਾਬਕ ਰਬਾਬੀ ਨੇ ਆਪਣਾ ਅੰਤਲਾ ਸਮਾਂ ਨੇੜੇ ਜਾਣ ਕਰਕੇ ਛੇਵੇਂ ਪਾਤਸ਼ਾਹ ਮੇਰੀ ਪੀਰ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਜਿੱਥੇ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਕਿ ਮੈਨੂੰ ਜਨਮ ਮਰਨ ਦੇ ਗੀਟ ਤੋਂ ਬਚਾ ਲਿਆ ਜਾਏ, ਉੱਥੇ ਆਪਣੇ ਪੁੱਤਰ ਨੂੰ ਸਤਿਗੁਰਾਂ ਦੇ ਚਰਨਾਂ ਤੇ ਪਾ ਕੇ ਆਪਣੇ ਪੁੱਤਰ ਦੀ ਬਾਂਹ ਪਕੜਾਣਾ ਕੀਤੀ ਸਤਿਗੁਰਾਂ ਦੇ ਹੱਥ ਵਿੱਚ ਕਿ ਸਤਿਗੁਰੂ ਜੀ, ਜਿੱਦਾਂ ਮੇਰੇ ਉੱਤੇ ਕਿਰਪਾ ਕੀਤੀ ਤੁਸਾਂ ਨੇ, ਉਸੇ ਤਰ੍ਹਾਂ ਹੀ ਮੇਰੇ ਤੋਂ ਬਾਅਦ ਮੇਰੇ ਪੁੱਤਰ ਦੇ ਅੰਗ ਸੰਗ ਹੋ ਕੇ ਸਹਾਇਕ ਬਣਿਓ। ਇਸੇ ਤਰ੍ਹਾਂ ਹੀ ਆਪ ਜੀ ਦੇ ਦਰਬਾਰ ਵਿੱਚ ਇਹਨੂੰ ਮਾਣ ਸਨਮਾਨ ਦੇਣਾ ਕਰਿਓ। ਜਦੋਂ ਹੁਣ ਬਾਬਕ ਰਬਾਬੀ ਨੇ ਇਹ ਮੰਗ ਕੀਤੀ ਤੇ ਸਤਿਗੁਰਾਂ ਨੇ ਪ੍ਰਸੰਨਚਿਤ ਹੋ ਕੇ ਬਾਬਕ ਨੂੰ ਇਹ ਬਖਸ਼ਿਸ਼ ਵੀ ਦੇਣਾ ਕੀਤਾ ਕਿ ਰਬਾਬੀ ਜੀ, ਜਿਸ ਤਰ੍ਹਾਂ ਤੁਹਾਨੂੰ ਮਾਣ ਸਨਮਾਨ ਇਸ ਘਰ ਦੇ ਵਿੱਚ ਮਿਲਿਆ, ਉਸ ਤੋਂ ਵੀ ਵੱਧ ਤੁਹਾਡੇ ਬੱਚੇ ਨੂੰ ਸਤਿਕਾਰਿਆ ਜਾਏਗਾ। ਧੰਨ ਨਾਨਕ ਜੀ ਦੀ ਕਿਰਪਾ ਹੋਏਗੀ ਕਿ ਵੱਡੇ ਵੱਡੇ ਰਾਗ ਇਹ ਉਹਨਾਂ ਦਾ ਭੇਦ ਜਾਣ ਜਾਏਗਾ ਅਤੇ ਬੜਾ ਸੁੰਦਰ ਕੀਰਤਨ ਕਰਕੇ ਤੇ ਸੰਗਤਾਂ ਪਾਸੋਂ ਇਹ ਸ਼ੋਭਾ ਲੈਣੀ ਕਰੇਗਾ। ਤੇ ਨਾਲ ਹੀ ਸਤਿਗੁਰਾਂ ਨੇ ਕਿਹਾ ਕਿ ਹੁਣ ਤੁਸੀਂ ਆਪਣੇ ਘਰੇ ਜਾਓ ਤੇ ਜਾ ਕਰਕੇ ਗੁਰਬਾਣੀ ਦਾ ਜਾਪ ਕਰਕੇ ਤੇ ਪ੍ਰਾਣ ਜਿਹੜੇ ਸੌਖੇ ਢੰਗ ਦੇ ਨਾਲ ਤਿਆਗਣਾ ਕਰ ਦਿਓ। ਆਓ ਹੁਣ ਆਪਾਂ ਇਸ ਤੋਂ ਅੱਗੇ ਇਤਿਹਾਸ ਨੂੰ ਸਰਵਣ ਕਰੀਏ। ਵਾਹਿਗੁਰੂ ਜੀ। ਦੋਹਰਾ। ਇਸ ਵਿਦ ਪ੍ਰਾਪਤ ਗਿਆਨ ਕੋ ਅੰਤ ਸਮਾ ਢਿਗ ਚੀਨ। ਗਮਨੋ ਸ੍ਰੀ ਗੁਰ ਕੇ ਨਿਕਟ ਦਇਆ ਰਾਮ ਸੰਗ ਲੀਨ। ਕਿ ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਵਿੱਚੋਂ ਗਿਆਨ ਦੀ ਪ੍ਰਾਪਤੀ ਕਰਕੇ ਆਪਣਾ ਸਮਾਂ ਨੇੜੇ ਜਾਣ ਕਰਕੇ ਆਪਣੇ ਪੁੱਤਰ ਦਇਆ ਰਾਮ ਨੂੰ ਆਪਣੇ ਨਾਲ ਲੈ ਲਿਆ ਅਤੇ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਕਹਿੰਦਾ ਕਿ ਸਤਿਗੁਰੂ ਜੀ, ਹੁਣ ਮੈਂ ਸਰੀਰ ਛੱਡ ਜਾਵਾਂਗਾ
ਤੇ ਮੇਰਾ ਪੁੱਤਰ ਦਇਆ ਰਾਮ ਆਪ ਜੀ ਦੇ ਚਰਨਾਂ ਦੇ ਵਿੱਚ ਰਹਿਣਾ ਕਰੇਗਾ। ਇਸ ਲਈ ਇਹਦੇ ਉੱਤੇ ਕਿਰਪਾ ਰੱਖਿਓ, ਕਿਉਂਕਿ ਹਾਲੇ ਇਹਦੀ ਬੜੀ ਛੋਟੀ ਉਮਰ ਹੈ, ਬੜੀ ਛੋਟੀ ਉਮਰ ਹੈ, ਤੇ ਇਹਦੇ ਉੱਤੇ ਰਹਿਮਤਾਂ ਵਰਤਾਇਓ। ਹੁਣ ਸਤਿਗੁਰਾਂ ਨੇ ਬੜੀ ਵੱਡੀ ਬਖਸ਼ਿਸ਼ ਦੇਣਾ ਕੀਤੀ ਹੈ। ਬਾਬਕ ਰਬਾਬੀ ਦੇ ਪੁੱਤਰ ਨੂੰ ਇਹ ਬਖਸ਼ਿਸ਼ ਦੇ ਦਿੱਤੀ, ਬਚਨ ਛੱਡ ਦਿੱਤੇ ਸਤਿਗੁਰਾਂ ਨੇ ਕਿ ਰਬਾਬੀ ਸਾਹਿਬ, ਤੁਹਾਡੇ ਪੁੱਤਰ ਨੂੰ ਸੁਤੇ ਸੁਭਾਏ ਸਾਰੇ ਰਾਗਾਂ ਦਾ ਗਿਆਨ ਹੋ ਜਾਏਗਾ, ਸਾਰੇ ਰਾਗਾਂ ਦਾ ਗਿਆਤਾ ਹੋ ਜਾਏਗਾ, ਬੜਾ ਸੁੰਦਰ ਕੀਰਤਨ ਕਰਿਆ ਕਰੇਗਾ, ਤੇ ਇਹ ਸਨਮਾਨਿਆ ਜਾਏਗਾ, ਸਨਮਾਨਿਆ ਜਾਏਗਾ। ਬੜੀ ਵੱਡੀ ਰਹਿਮਤ ਇਹਦੇ ਉੱਤੇ ਹੋਣਾ ਕਰੇਗੀ। ਦਸਮ ਪਿਤਾ, ਜਦੋਂ ਅਸੀਂ 10ਵੇਂ ਜਾਮੇ ਵਿੱਚ ਆਵਾਂਗੇ, ਉਦੋਂ ਤੱਕ ਇਹ ਸੇਵਾਦਾਰ ਬਣ ਕੇ ਤੇ ਸੇਵਾ ਕਰੇਗਾ। ਭਾਵੇਂ ਇਹਦੀ ਛੋਟੀ ਉਮਰ ਹੈ, ਇਹਦੇ ਉੱਤੇ ਬੜੀਆਂ ਰਹਿਮਤਾਂ ਹੋਣਗੀਆਂ। ਤੇ ਜਦੋਂ ਹੁਣ ਸਤਿਗੁਰਾਂ ਨੇ ਇਹ ਰਹਿਮਤਾਂ ਦਿੱਤੀਆਂ, ਬਚਨ ਹੋਏ, ਜਾਤੀ ਮਲਕ ਜਿਹੜਾ ਸੀ ਇਹ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਪ੍ਰਸੰਨ ਹੋ ਕੇ ਤੇ ਆਪਣੇ ਘਰ ਨੂੰ ਜਾਣਾ ਕੀਤਾ ਹੈ। ਘਰ ਇਸ਼ਨਾਨ ਪਾਵਨ ਹੋਈ ਗਇਓ, ਕੁਛ ਪਰ ਪੌੜ ਪ੍ਰਾਨ ਤਜ ਦਇਓ, ਕਿ ਘਰ ਜਾ ਕੇ ਇਹਨੇ ਇਸ਼ਨਾਨ ਕਰਨਾ ਕੀਤਾ। ਰਬਾਬੀ ਨੇ ਫਿਰ ਇਸ਼ਨਾਨ ਕਰਨਾ ਕੀਤਾ। ਇਸ਼ਨਾਨ ਕਰਕੇ ਤੇ ਗੁਰੂ ਸਾਹਿਬਾਨ ਦੀ ਪਵਿੱਤਰ ਗੁਰਬਾਣੀ ਫਿਰ ਆਪਣੇ ਮੁਖ ਵਿੱਚੋਂ ਉਚਾਰਨਾ ਕੀਤੀ ਹੈ, ਬਾਣੀ ਦਾ ਉਚਾਰਨ ਕਰਨਾ ਕੀਤਾ ਹੈ। ਅਤੇ ਉਸ ਤੋਂ ਬਾਅਦ ਬੜੇ ਸੌਖੇ ਢੰਗ ਦੇ ਨਾਲ ਆਪਣੇ ਸਰੀਰ ਉੱਪਰ ਚਾਦਰਾ ਲੈ ਕੇ ਤੇ ਸੌਖੇ ਢੰਗ ਦੇ ਨਾਲ ਪ੍ਰਾਣ ਤਿਆਗਣਾ ਕੀਤੇ ਹੈ। ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। ਜਿਤਨੇ ਵੀ ਇਸ ਸੰਸਾਰ ਤੇ ਆਏ ਗੁਰੂ ਪਿਆਰ ਵਾਲਿਓ, ਆਪੋ ਆਪਣੀ ਵਾਰੀ ਅਨੁਸਾਰ ਇਸ ਸੰਸਾਰ ਤੋਂ ਕੂਚ ਕਰ ਗਏ। ਇਹ ਪੱਕਾ ਟਿਕਾਣਾ ਨਹੀਂ, ਇੱਥੇ ਕੋਈ ਸਥਿਰ ਨਹੀਂ। ਸਮੇਂ ਸਮੇਂ ਅਨੁਸਾਰ ਕੋਈ ਆ ਰਿਹਾ ਤੇ ਕੋਈ ਜਾ ਰਿਹਾ। ਬੜੇ ਸੌਖੇ ਇਹਨੇ ਪ੍ਰਾਣ ਤਿਆਗਣਾ ਕੀਤੇ ਹੈ ਬਾਬਕ ਨਾਮੀ ਰਬਾਬੀ ਨੇ। ਤੇ ਜਦੋਂ ਇਹਨੇ ਪ੍ਰਾਣ ਤਿਆਗਣਾ ਕੀਤੇ, ਸਰੀਰ ਛੱਡ ਗਿਆ, ਤੇ ਸਤਿਗੁਰਾਂ ਦੇ ਪਾਸ ਇਹਦੇ ਸੁਪੁੱਤਰ ਨੇ ਸੰਦੇਸ਼ਾ ਭੇਜਣਾ ਕੀਤਾ। ਹੁਣ ਜਦੋਂ ਸਤਿਗੁਰਾਂ ਨੂੰ ਇਹ ਸੁਨੇਹਾ ਮਿਲਿਆ ਨਾ, ਤੇ ਸਤਿਗੁਰਾਂ ਨੇ ਸੁਣ ਕਰਕੇ ਬਹੁਤ ਮਨੁੱਖ ਜਿਹੜੇ, ਬਹੁਤ ਸਿੱਖਾਂ ਨੂੰ ਭੇਜਣਾ ਕੀਤਾ। ਕਾਹਦੇ ਵਾਸਤੇ? ਇਹਦਾ ਸੰਸਕਾਰ ਕਰਨ ਵਾਸਤੇ। ਬਾਬਕ ਨਾਮੀ ਰਬਾਬੀ ਦਾ ਸੰਸਕਾਰ ਕਰਨ ਵਾਸਤੇ ਬਹੁਤ ਸਾਰੇ ਸਿੱਖਾਂ ਦੀ ਡਿਊਟੀ ਲਗਾਈ ਗਈ। ਦਾਹਨ ਕੋ ਚੰਦਨ ਸਮੁਦਾਏ, ਕਿ ਚੰਦਨ ਦੀ ਲੱਕੜ ਜਿਹੜੀ ਹੈ ਨਾ, ਉਹ ਇਕੱਠੀ ਕਰਵਾਈ ਹੈ ਗੁਰਸਿੱਖਾਂ ਨੂੰ ਕਹਿ ਕੇ। ਬੜਾ ਸਾਰਾ ਮਾਣ ਸਨਮਾਨ ਗੁਰੂ ਦੇ ਦਰਬਾਰ ਦਾ ਆਪਣੇ ਰਬਾਬੀ ਨੂੰ ਦੇਣਾ ਚਾਹੁੰਦੇ ਸੀ। ਚੰਦਨ ਦੀ ਲੱਕੜ ਜਿਹੜੀ ਹੈ ਨਾ, ਉਹ ਇਕੱਠੀ ਕਰਵਾਣਾ ਕੀਤੀ ਹੈ। ਬਾਬਕ ਨਾਮੀ ਰਬਾਬੀ ਦੇ ਸਰੀਰ ਦਾ ਸੰਸਕਾਰ ਕਰਨ ਵਾਸਤੇ ਇਹ ਲੱਕੜ ਚੰਦਨ ਦੀ ਇਕੱਠੀ ਕਰਵਾਣਾ ਕੀਤੀ ਹੈ। ਜਾਵ ਤਿਲ ਘਿਰਤ ਆਦਿਕ ਸਭ ਲਿਆਏ, ਰਚੀ ਚਿੱਤ ਪਿਖ ਪਾਵਨ ਥਾਏ, ਕਿ ਜਿੱਥੇ ਚੰਦਨ ਦੀ ਚਿਖਾ ਤਿਆਰ ਕੀਤੀ, ਉੱਥੇ ਸਾਰੀ ਸਮੱਗਰੀ ਇਕੱਤਰ ਕਰਨਾ ਕੀਤੀ ਹੈ। ਸਾਰੀ ਸਮੱਗਰੀ ਇਹਦੇ ਸੁਪੁੱਤਰ ਨੂੰ ਕਹਿ ਕੇ ਸਾਰੇ ਪ੍ਰਬੰਧ ਜਿਹੜੇ ਕਰਵਾਣਾ ਕੀਤੇ। ਅਤੇ ਚਿਖਾ ਵੀ ਫਿਰ ਸੁੰਦਰ ਸਥਾਨ ਤੇ ਚਿਣੀ ਗਈ ਹੈ, ਪਵਿੱਤਰ ਜਗ੍ਹਾ ਤੇ ਚਿਣੀ ਗਈ ਹੈ। ਦਇਆ ਰਾਮ ਨੇ ਹੁਣ ਜੋ ਵੀ ਸੰਸਾਰਕ ਕਿਰਿਆ ਸੀ ਨਾ, ਜੋ ਮਾਨ ਮਰਜ਼ਾਦਾ ਸੀ, ਦਇਆ ਰਾਮ ਨੇ ਉਸ ਮਰਜ਼ਾਦਾ ਅਨੁਸਾਰ ਸਤਿਗੁਰੂ ਜੀ ਮਹਾਰਾਜ ਦਾ ਹੁਕਮ ਮੰਨ ਕਰਕੇ ਤੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਣਾ ਕੀਤੀ ਹੈ ਤੇ ਸੰਸਕਾਰ ਕਰਨਾ ਕੀਤਾ। ਸੰਸਕਾਰ ਜਿਹੜਾ ਉਹ ਕਰਵਾਣਾ ਕੀਤਾ। ਬੜੇ ਸਾਰੇ ਗੁਰਸਿੱਖ ਫਿਰ ਰਬਾਬੀ ਦੇ ਸੰਸਕਾਰ ਵਾਸਤੇ ਇਕੱਤਰ ਹੋਏ।
ਤੇ ਹਰ ਇੱਕ ਮੁਖ ਦੇ ਵਿੱਚੋਂ ਰਬਾਬੀ ਦਾ ਜਸ ਕੀਤਾ ਜਾ ਰਿਹਾ ਸੀ, ਸ਼ੋਭਾ ਕੀਤੀ ਜਾ ਰਹੀ ਸੀ। ਕਿਉਂਕਿ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰਾਂ ਦੇ ਪਵਿੱਤਰ ਮੁਖਾਰਬਿੰਦ ਦਾ ਫਰਮਾਨ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜੇ ਚੰਗੇ ਕਰਮ ਕਰਦੇ ਆ ਨਾ, ਉਹਨਾਂ ਦੀ ਹਰ ਪਾਸੇ ਸ਼ੋਭਾ ਹੁੰਦੀ, ਵਡਿਆਈ ਹੁੰਦੀ ਹੈ ਗੁਰੂ ਪਿਆਰ ਵਾਲਿਓ। ਤੇ ਬਾਬਕ ਨਾਮੀ ਰਬਾਬੀ ਨੇ ਸਤਿਗੁਰਾਂ ਦੇ ਘਰ ਦੀ ਕੀਤੀ ਸੇਵਾ, ਬੜੀ ਘਾਲ ਕਮਾਈ ਕੀਤੀ ਹੈ। ਸਤਿਗੁਰਾਂ ਦਾ ਹੁਕਮ ਮੰਨ ਕਰਕੇ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ ਤੇ ਅੱਜ ਹਰ ਇੱਕ ਨੇ ਸ਼ੋਭਾ ਕੀਤੀ, ਵਡਿਆਈ ਕੀਤੀ ਹੈ ਤੇ ਸਾਰੇ ਪ੍ਰਸ਼ੰਸਾ ਕਰਦੇ ਹਨ। ਗੁਰਪੁਰ ਕੋ ਪਹੁੰਚੋ ਸੁਖ ਪਾਏ, ਗੁਰ ਕੀ ਮਹਿਮਾ ਲੱਖ ਲਖਾਏ। ਕਿ ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਸੁਖ ਪਾ ਕੇ ਤੇ ਗੁਰਪੁਰੀ ਵਿੱਚ ਪਹੁੰਚ ਗਿਆ, ਰੱਬ ਦੀ ਦਰਗਾਹ ਦੇ ਵਿੱਚ ਪਹੁੰਚ ਗਿਆ। ਏਦਾਂ ਕਹਿ ਲਓ, ਸਤਿਗੁਰਾਂ ਦੇ ਘਰ ਦੀ ਸੇਵਾ ਕਰਕੇ ਸੁਤੇ ਸੁਭਾਏ ਗੁਰਪੁਰੀ ਵਿੱਚ ਪਹੁੰਚਣਾ ਕੀਤਾ ਹੈ। ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਮਹਿਮਾ ਜਿਹੜੀ ਹੈ, ਇਹ ਬੜੀ ਮਹਾਨ ਹੈ, ਉੱਤਮ ਹੈ, ਸ੍ਰੇਸ਼ਟ ਹੈ। ਜਿਹੜਾ ਪ੍ਰਾਣੀ, ਜਿਹੜਾ ਗੁਰੂ ਕਾ ਪਿਆਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਸ਼ਰਨ ਵਿੱਚ ਪਿਆ, ਇਸ ਘਰ ਨੇ ਫਿਰ ਉਹਦੇ ਉੱਤੇ ਰਹਿਮਤਾਂ ਵਰਤਾ ਦਿੱਤੀਆਂ, ਕਿਰਪਾ ਕਰ ਦਿੱਤੀ। ਉਹਦੇ ਸੰਸਾਰ ਦੇ ਸਭ ਜੰਜਾਲ ਕੱਟ ਦਿੱਤੇ। ਕਰੋੜਾਂ ਵਰਸ਼ ਕਮਾਏ ਹੋਏ ਪਾਪ ਜਿਹੜੇ ਆ ਨਾ, ਉਹ ਇਹ ਘਰ ਜਿਹੜਾ ਨਸ਼ਟ ਕਰ ਦਿੰਦਾ। ਹੁਣ ਸਤਿਗੁਰੂ ਜੀ ਮਹਾਰਾਜ ਦੇ ਬੇਅੰਤ ਕੌਤਕ ਨੇ, ਜਿਹੜੇ ਕਿ ਸਾਥੋਂ ਸਮਝੇ ਨਹੀਂ ਜਾ ਸਕਦੇ। ਇਸ ਘਰ ਦੀ ਮਹਿਮਾ ਬੜੀ ਅਪਾਰ ਹੈ। ਦਇਆ ਰਾਮ ਨੇ ਕਹਿਣ ਦਾ ਭਾਵ ਕਿ ਜਿਤਨੀ ਵੀ ਕਿਰਿਆ ਕਰਮ ਸੀ ਨਾ, ਉਹ ਹਰ ਸਮੇਂ ਮੁਤਾਬਕ ਨਿਭਾਉਣਾ ਕੀਤੀ ਹੈ। ਰਬਾਬੀ ਦੇ ਸਪੁੱਤਰ ਦਇਆ ਰਾਮ ਨੇ ਫਿਰ ਸੋਹਣੀ ਇਹ ਕਿਰਿਆ ਜਿਹੜੀ ਕਰਨਾ ਕੀਤੀ ਹੈ। ਜੋ ਜੋ ਬਣਦਾ ਸੀ, ਜੋ ਜੋ ਮਰਜ਼ਾਦਾ ਸੀ, ਹਰ ਇੱਕ ਸਤਿਗੁਰਾਂ ਦੇ ਘਰ ਦਾ ਹੁਕਮ ਮੰਨ ਕੇ ਤੇ ਆਪਣੇ ਪਿਤਾ ਦੀ ਇਹ ਕਿਰਿਆ ਕਰਮ ਕਰਨਾ ਕੀਤੀ ਹੈ। ਦਿਨ ਤਰੌਦ ਸਜਾ ਹੀ ਬਿਤ ਗਏ, ਭੋਜਨ ਤਿਜਨ ਬ੍ਰਿੰਦ ਕੋ ਦਏ। ਤੇ ਹੁਣ ਸਮਾਂ ਆਪਣੀ ਚਾਲ ਚੱਲਦਾ ਗਿਆ ਗੁਰੂ ਰੂਪ ਸਾਧ ਸੰਗਤ ਜੀ। ਜਦੋਂ ਹੁਣ 13ਵੀਂ ਵਾਲਾ ਦਿਨ ਆਇਆ ਨਾ, 13ਵੀਂ ਵਾਲਾ ਦਿਨ ਆਇਆ ਤੇ ਸਤਿਗੁਰਾਂ ਨੇ ਲੰਗਰ ਜਿਹੜਾ ਲਗਵਾਉਣਾ ਕੀਤਾ, ਲੰਗਰ ਲਗਵਾਉਣਾ ਕੀਤਾ। ਹਰ ਇੱਕ ਗਰੀਬ ਗੁਰਬੇ ਨੇ ਫਿਰ ਇੱਥੇ ਪੰਗਤਾਂ ਵਿੱਚ ਬੈਠ ਕਰਕੇ ਤੇ ਪ੍ਰਸ਼ਾਦਾ ਪਾਣੀ ਛਕਣਾ ਕੀਤਾ। ਜਾਤੀ ਮਲਕ ਵਾਸਤੇ ਦਇਆ ਰਾਮ ਨੇ ਕੱਪੜੇ ਬਿਸਤਰੇ ਆ ਕੇ ਦਾਨ ਕੀਤੇ ਆ। ਕੱਪੜੇ ਬਿਸਤਰੇ ਜਿਹੜੇ ਉਹ ਆ ਕੇ ਦਾਨ ਵਿੱਚ ਦੇਣਾ ਕੀਤੇ ਐ। ਸਤਿਗੁਰੂ ਜੀ ਮਹਾਰਾਜ ਨੇ ਫਿਰ ਬੜੀ ਸੁੰਦਰ ਦਸਤਾਰ ਜਿਹੜੀ ਭੇਜਣਾ ਕੀਤੀ ਹੈ, ਸੁੰਦਰ ਦਸਤਾਰ ਭੇਜਣਾ ਕੀਤੀ ਹੈ। ਬੜਾ ਕੀਮਤੀ ਦੁਸ਼ਾਲਾ ਸਤਿਗੁਰਾਂ ਨੇ ਜਾਤੀ ਮਲਕ ਵਾਸਤੇ ਜਾਤੀ ਮਲਕ ਦੇ ਸੁਪੁੱਤਰ ਦਇਆ ਰਾਮ ਵਾਸਤੇ ਭੇਜਣਾ ਕੀਤਾ। ਬਹੁਤ ਸਾਰਾ ਧਨ ਸਤਿਗੁਰਾਂ ਨੇ ਦੇਣਾ ਕੀਤਾ, ਬੜਾ ਸਾਰਾ ਧਨ ਸਤਿਗੁਰਾਂ ਨੇ ਦੇਣਾ ਕੀਤਾ ਹੈ। ਦਇਆ ਰਾਮ ਇਹ ਸਾਰੀਆਂ ਬਖਸ਼ਿਆਂ ਲੈ ਕੇ ਤੇ ਬੜਾ ਪ੍ਰਸੰਨ ਹੋਇਆ, ਬੜਾ ਪ੍ਰਸੰਨ ਹੋਣਾ ਕੀਤਾ, ਕਿਉਂਕਿ ਸਤਿਗੁਰਾਂ ਦੀ ਰਹਿਮਤ ਕਿਰਪਾ ਬਖਸ਼ਿਸ਼ ਸੀ ਕਿ ਇਹ ਪ੍ਰਸੰਨਤਾ ਲੈ ਗਿਆ। ਬੜੀ ਵੱਡੀ ਪ੍ਰਸੰਨਤਾ ਗੁਰੂ ਦੇ ਘਰ ਦੇ ਵਿੱਚੋਂ ਇਹਨੂੰ ਪ੍ਰਾਪਤ ਹੋਈ। ਜਾਤੀ ਮਲਕ ਦੇ ਸੁਪੁੱਤਰ ਨੂੰ ਸ਼ੋਕ ਦੂਰ ਕਰ ਆਮਨ ਲਾਗੋ, ਸਤਿਗੁਰ ਨਿਕਟ ਰਹੇ ਰਸ ਪਾਗੋ। ਕਿ ਸਤਿਗੁਰਾਂ ਦੇ ਹੁਕਮ ਅਨੁਸਾਰ ਨਾ ਜਿਤਨਾ ਵੀ ਸੋਗ ਸੀ, ਅਫਸੋਸ ਸੀ, ਫਿਰ 13ਵੀਂ ਤੋਂ ਬਾਅਦ ਦਇਆ ਰਾਮ ਨੇ ਇਹਨੂੰ ਤਿਆਗਣਾ ਕੀਤਾ, ਛੱਡਣਾ ਕੀਤਾ। ਸਤਿਗੁਰਾਂ ਦਾ ਹੁਕਮ ਪਾ ਕੇ ਫਿਰ ਇਹਨੇ ਇਸ ਸੋਗ ਨੂੰ ਤਿਆਗਣਾ ਕੀਤਾ ਤੇ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਆਉਣ ਲੱਗ ਗਿਆ, ਗੁਰੂ ਚਰਨਾਂ ਵਿੱਚ ਆਉਣ ਲੱਗ ਗਿਆ। ਸਤਿਗੁਰੂ ਜੀ ਦੇ
घर दी गुरबाणी पढ़ के ते बड़ा वड्डा आनंद लेना कीता है। बड़ा वड्डा आनंद लेना करते दयाराम जी बाणी पढ़ के। गुरु रूप साध संगत जी, जाति मलक जो कि अकाल चलाना करके ब्राह्मणा दे पुत्र सी, सतगुरां दे घर दे प्रोत सी, ते बड़ी वड्डी बलवानता इन्हां दे पास। मालवे वाला ते करतारपुर वाला युद्ध अगे हो करके लड़ना कीता, अगे हो के। ते इन्हां दा सपुत्र दयाराम हुण सतगुरां दे चरनां विच हुक्म मन करके रहिंदा है। हुण जदों सतगुरु जी महाराज ने कई दिन इत्थे बतीत कीते है ना, ते सतगुरां ने अपना समा नेड़े जान करके, अपना शरीर त्यागन दा समा नेड़े जान करके फिर सतगुरां ने विचार करना कीती है। आउण वाले समय बारे सतगुरु जी विचार करते हैं। गुरता गादी श्री हर राय, चाहे कितक दिन आगे पाए। क्योंकि सतगुरु जी महाराज ये गुरता गद्दी जी है, ये अपने छोटे पुत्रे श्री हर राय जी नूं देना चाहुंदे आ कि सतगुरां तो बाद सतवें पातशाह धन श्री गुरु हर राय साहब जी बनणगे, जिन्हां उत्ते बड़ी वड्डी किरपा, बड़ी वड्डी रहमत है। हुण सतगुरु जी महाराज ने कई दिन अगे पाना कीते। सतगुरु जी ये विचारते सी कि इस गल ते कोई भी बखेड़ा ना करे, क्योंकि धीरमल वर्गे ते होर कई जिहड़े सी ना ये बखेड़ा करना चाहुंदे सी। धीरमल चाहुंदा सी कि मैं अपने पिता दा वड्डा पुत्तर हाँ ते गुरता गद्दी मैनूं चाहीदी है। इस करके जानी जान सतगुरु जी महाराज जानते सी कि सतगुरां ने दिन इस वास्ते अगे पाना कीते कि एक ते कोई बखेड़ा ना होवे, वादो वाद ना होवे, ते दूसरा हाले श्री हर राय जी दी उमरा जिहड़ी ना वो छोटी है, छोटी अवस्था विच ने। इस वास्ते थोड़ा समा जिहड़ा होर टालना कीता जाए। एक तो धीर मल बड़ खोटा, नैत सकारे लख कर छोटा। जम दातू सुत लिख पग धारे, कथा मसंद ना लेह बगारे। क्योंकि घर दे विचों ही एक धीर मल जिहड़ा वड्डा पोतरा वो मन दा खोटा बंदा है। धीर मल जिहड़ा कि मन दा खोटा है, क्योंकि सतगुरु जी जानते सी कि छोटा समझ के धीर मल फिर इहदे नाल वाद विवाद करेगा, झगड़ा करेगा, कलेश करेगा। ते नाल ही सतगुरु जी विचारते हैं कि जिवें दातू दे पुत्र नूं अपने पक्ष विच कर लिया, उवें ही श्री हर राय जी छोटे है, ते जितने भी मसंद ने उन्हां नूं कह कवा के ये अपने पक्ष विच कर लवेगा। क्योंकि पिछे आपां सुन चुके हैं ना गुरु रूप साध संगत जी, दातू आ रहा सी भोग ते, बाबा गुरदित्ता जी दे भोग ते आ रहा सी, पर रस्ते तो चलदे चलदे जदों रात इहदे पास ठहरे ते धीरमल ने बड़ियां सारियां गल्लां इधरलियां उधरलियां मार के ते अपने कहे लगा के इहनूं आउण नहीं दिता, आउण नहीं दिता इहने। हुण सतगुरु जी महाराज इन्हां सारियां गल्लां ते विचार करदे है कि धीरमल बड़ा शैतान बंदा है, खोटे मन दा बंदा है। ये कई तरह दीयां गल्लां करेगा कि जिवें दातू नूं अपने आखे, दातू दे पुत्र नूं अपने आखे ला लिया, उदां ही फिर ये होर मसंदां नूं भी विगाड़ना करेगा। सिख संगत सब देश बुलाए, सबन में बिठाए हर राय। कि सतगुरु जी महाराज कहते सी कि समय अनुसार सारियां संगतां नूं बुला करके ते वड्डा इकट्ठ करके उन्हां विच श्री हर राय जी नूं बुला करके ते गुरता गद्दी ते बिठाना करिए, ताकि सारे देशां दीयां संगतां नूं पता लग जाए कि सतगुरु जी
ਸ੍ਰੀ ਹਰਿਰਾਏ ਜੀ ਨੂੰ ਗੁਰਤਾ ਗੱਦੀ ਬਖਸ਼ ਗਏ ਹੈ ਤੇ ਗੁਰਤਾ ਗੱਦੀ ਦੇ ਹੱਕਦਾਰ ਸ੍ਰੀ ਹਰਿਰਾਏ ਸਾਹਿਬ ਨੇ, ਨਾ ਕਿ ਹੋਰ ਕੋਈ। ਕਿਉਂਕਿ ਸਤਿਗੁਰਾਂ ਦੇ ਇਦਾਂ ਕਰਨ ਦਾ ਮਤਲਬ ਸੀ ਕਿ ਸਾਡੇ ਤੋਂ ਪਿੱਛੇ ਧੀਰ ਮੱਲ ਕੋਈ ਖੋਟਬਾਜੀ ਕਰਕੇ ਤੇ ਬਹੁਤੇ ਮਸੰਦਾਂ ਨੂੰ ਆਪਣੇ ਪਿੱਛੇ ਲਗਾ ਕਰਕੇ ਤੇ ਸ੍ਰੀ ਹਰਿਰਾਏ ਜੀ ਨੂੰ ਤੰਗ ਪਰੇਸ਼ਾਨ ਨਾ ਕਰਨ, ਗੁਰਤਾ ਗੱਦੀ ਨਾ ਛੀਨਣ। ਇਸ ਵਾਸਤੇ ਸੰਗਤਾਂ ਦੇ ਸਾਹਮਣੇ ਫਿਰ ਗੁਰਤਾ ਗੱਦੀ ਦੇਣਾ ਚਾਹੁੰਦੇ ਆ ਕਿ ਜਦੋਂ ਸਾਰੀਆਂ ਸੰਗਤਾਂ ਨੂੰ ਪਤਾ ਲੱਗ ਜਾਏਗਾ ਨਾ ਕਿ ਸਤਿਗੁਰਾਂ ਨੇ ਗੁਰਤਾ ਗੱਦੀ ਤੇ ਸ੍ਰੀ ਹਰਿਰਾਏ ਜੀ ਨੂੰ ਸਥਾਪਿਤ ਕੀਤਾ ਹੈ, ਤੇ ਫਿਰ ਕੋਈ ਵੀ ਧੀਰਮਲ ਦੇ ਆਖੇ ਨਹੀਂ ਲੱਗੇਗਾ, ਕੋਈ ਵੀ ਧੀਰਮਲ ਦੇ ਆਖੇ ਨਹੀਂ ਲੱਗੇਗਾ। ਇਹ ਵਿਚਾਰ ਕਰਕੇ ਨਾ ਸਤਿਗੁਰੂ ਜੀ ਮਹਾਰਾਜ ਨੇ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਕਿ ਕੁਝ ਸਮਾਂ ਜਿਹੜਾ ਉਹ ਰੋਕ ਦਿੱਤਾ ਜਾਏ, ਕੁਝ ਸਮਾਂ ਰੋਕ ਦਿੱਤਾ ਜਾਏ। ਦਿਓ ਹੁਕਮ ਜੇ ਨਿਕਟ ਲਖਾਰੀ, ਹੈ ਮਸੰਦ ਗਣਦੇਸ਼ ਮਜਾਰੀ। ਲਿਖੋ ਹੁਕਮਨਾਮੇ ਸਭ ਆਵੇ, ਸੰਗ ਸੰਗਤਾਂ ਆਪਣੇ ਲਿਆਵੇ। ਤੇ ਜਿਹੜਾ ਗੁਰੂ ਘਰ ਦਾ ਲਖਾਰੀ ਸੀ ਨਾ, ਸਤਿਗੁਰਾਂ ਦੇ ਪਾਸ ਬੈਠਦਾ ਸੀ, ਜੋ ਕੁਛ ਵੀ ਲਿਖਣਾ ਹੁੰਦਾ ਸੀ ਇਹ ਲਿਖਦਾ ਸੀ। ਤੇ ਸਤਿਗੁਰਾਂ ਨੇ ਫਿਰ ਵਿਚਾਰ ਕਰਕੇ ਇਸ ਲਖਾਰੀ ਨੂੰ ਕਹਿਣਾ ਕੀਤਾ ਕਿ ਲਖਾਰੀ ਸਾਹਿਬ, ਜਿਤਨੇ ਵੀ ਮਸੰਦ ਨੇ ਨਾ ਅੱਡੋ ਅੱਡ ਦੇਸ਼ਾਂ ਦੇ, ਉਹਨਾਂ ਸਾਰਿਆਂ ਨੂੰ ਹੁਕਮਨਾਮੇ ਲਿਖ ਕੇ ਤੇ ਭੇਜਣਾ ਕਰੀਏ। ਉਹਨਾਂ ਨੂੰ ਹੁਕਮਨਾਮੇ ਲਿਖੋ ਤੇ ਹੁਕਮਨਾਮਿਆਂ ਦੇ ਵਿੱਚ ਇਹ ਲਿਖਣਾ ਹੈ ਕਿ ਤੁਸਾਂ ਨੇ ਸਾਰੀਆਂ ਆਪੋ ਆਪਣੀਆਂ ਸੰਗਤਾਂ ਸਾਥ ਵਿੱਚ ਲੈ ਕੇ ਤੇ ਕੀਰਤਪੁਰ ਸਾਹਿਬ ਵਿਖੇ ਪਹੁੰਚਣਾ ਹੈ। ਜਿੰਨੀਆਂ ਵੀ ਤੁਹਾਡੇ ਇਲਾਕੇ ਦੀਆਂ ਸੰਗਤਾਂ ਨੇ ਅੱਡੋ ਅੱਡ, ਤੁਸੀਂ ਆਪੋ ਆਪਣੀਆਂ ਸੰਗਤਾਂ ਨੂੰ ਲੈ ਕੇ ਤੇ ਕੀਰਤਨਪੁਰ ਸਾਹਿਬ ਪਹੁੰਚਣਾ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਹੁਣ ਵੱਡਾ ਇਕੱਠ ਕਰਨਾ ਚਾਹੁੰਦੇ ਸੀ। ਸੁਣੇ ਆਗਿਆ ਕੋ ਦੇਸ਼ ਵਿਦੇਸ਼, ਲਿਖ ਲਿਖ ਭੇਜੇ ਚਾਰ ਅਸੀਸ। ਹੁਣ ਸਤਿਗੁਰੂ ਜੀ ਮਹਾਰਾਜ ਦਾ ਹੁਕਮ ਸੁਣ ਕਰਕੇ ਨਾ, ਸਤਿਗੁਰਾਂ ਦਾ ਹੁਕਮ ਸੁਣ ਕਰਕੇ ਇਸ ਲਖਾਰੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁਕਮਨਾਮੇ ਲਿਖ ਕੇ ਤੇ ਗੁਰਸਿੱਖਾਂ ਰਾਹੀਂ ਭੇਜਣਾ ਕੀਤੇ ਹੈ। ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ, ਵਿਸ਼ੇਸ਼ ਕਿ ਸਤਿਗੁਰਾਂ ਵੱਲੋਂ ਇਹ ਜ਼ੁਬਾਨੀ ਵੀ ਸੁਨੇਹਾ ਦਿੱਤਾ ਗਿਆ ਕਿ ਵੀ ਮਸੰਦਾਂ ਨੂੰ ਕਹਿਣਾ ਹੈ ਕਿ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ। ਜਦੋਂ ਤੁਹਾਨੂੰ ਹੁਕਮਨਾਮੇ ਮਿਲ ਜਾਣ ਤੇ ਤੁਸਾਂ ਨੇ ਜਲਦੀ ਫਿਰ ਸੰਗਤਾਂ ਨੂੰ ਪਤਲਾ ਦੇ ਕੇ ਸੂਚਿਤ ਕਰਕੇ ਤੇ ਛੇਤੀ ਤੁਸਾਂ ਨੇ ਸੰਗਤਾਂ ਲੈ ਕਰਕੇ ਆਉਣਾ ਹੈ। ਜਿਤਨੇ ਵੀ ਦੂਰ ਦੂਰ ਮਸੰਦ ਸੀ ਨਾ, ਫਿਰ ਸਭ ਨੂੰ ਬੁਲਾਇਆ ਗਿਆ, ਸਭ ਨੂੰ ਬੁਲਾਇਆ ਗਿਆ। ਜਿਹੜੇ ਬੜੇ ਧਨੀ ਮਸੰਦ ਸੀ, ਸਭ ਨੂੰ ਹੁਕਮਨਾਮੇ ਸਤਿਗੁਰਾਂ ਨੇ ਲਿਖਣਾ ਕੀਤੇ ਹੈ। ਜਿਤਨੇ ਵੀ ਮਸੰਦ ਸੀ ਨਾ, ਛੋਟੇ ਵੱਡਿਆਂ ਨੂੰ ਸਤਿਗੁਰਾਂ ਨੇ ਬੁਲਾਣਾ ਕੀਤਾ ਹੈ। ਜਾਏ ਹੁਕਮਨਾਮੇ ਜਬ ਦਏ, ਪਾਠ ਮਸੰਦ ਸਭ ਤਿਆਰੀ ਕੈ। ਲੇਕਰ ਸੰਗ ਸੰਗਤਾਂ ਬ੍ਰਿੰਦ, ਅਰਲੇ ਗੁਰ ਕੀ ਕਾਰ ਬੁਲੰਦ। ਕਿ ਜਦੋਂ ਇਹ ਹੁਕਮਨਾਮੇ ਹੁਣ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚੇ ਨਾ ਗੁਰੂ ਰੂਪ ਸਾਧ ਸੰਗਤ ਜੀ, ਤੇ ਇਹਨਾਂ ਮਸੰਦਾਂ ਨੇ ਇਹ ਸਤਿਗੁਰਾਂ ਦੇ ਘਰ ਦੇ ਵਿੱਚੋਂ ਗਏ ਹੋਏ ਹੁਕਮਨਾਮੇ ਪੜ੍ਹ ਕੇ ਤੇ ਫਿਰ ਫਟਾਫਟ ਤਿਆਰੀਆਂ ਕੀਤੀਆਂ, ਆਪੋ ਆਪਣੀਆਂ ਤਿਆਰੀਆਂ ਕੀਤੀਆਂ। ਜਿਵੇਂ ਸਤਿਗੁਰਾਂ ਦਾ ਹੁਕਮ ਹੋਇਆ ਸੀ ਨਾ, ਫਿਰ ਸਾਰੀਆਂ ਆਪੋ ਆਪਣੀਆਂ ਸੰਗਤਾਂ ਨੂੰ ਕਹਿ ਕੇ ਤੇ ਨਾਲ ਤਿਆਰ ਕਰਨਾ ਕੀਤਾ। ਜਿੱਥੇ ਹੁਣ ਸੰਗਤਾਂ ਤਿਆਰ ਹੋਈਆਂ, ਉੱਥੇ ਸੰਗਤਾਂ ਨੇ ਫਿਰ ਕਾਰ ਪਿਟਾਵਾਂ ਵੀ ਜੋ ਜੋ ਬਣਦੀਆਂ ਸੀ ਉਹ ਆਪਣੇ ਸਾਥ ਵਿੱਚ ਲੈਣਾ ਕੀਤੀਆਂ। ਕਿਉਂਕਿ ਜਦੋਂ ਵੀ ਸੰਗਤਾਂ ਆਉਂਦੀਆਂ ਨਾ ਗੁਰੂ ਰੂਪ ਸਾਧ ਸੰਗਤ ਜੀ, ਜਿਤਨਾ ਵੀ ਦਸਵੰਧ ਕੱਢਿਆ ਹੁੰਦਾ ਸੀ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਲੈ ਕਰਕੇ ਆਉਂਦੇ ਆ। ਹੁਣ ਜਦੋਂ ਮਸੰਦਾਂ ਨੇ ਸੁਨੇਹੇ ਲਾਏ, ਸੰਗਤਾਂ ਬੜੀ ਖੁਸ਼ੀ ਦੇ ਨਾਲ ਤਿਆਰ ਹੋਈਆਂ। ਆਪੋ ਆਪਣੀਆਂ ਕਾਰ ਪਿਟਾਵਾਂ ਵੀ ਇਹਨਾਂ ਨੇ ਆਪਣੇ ਸਾਥ ਵਿੱਚ ਲੈਣਾ ਕੀਤੀਆਂ। ਕਰਮ ਕਰ ਪੰਥੋ ਲੰਘ ਤੇ ਆਈ, ਕੀਰਤਪੁਰ ਗੁਰ ਜਹਾਂ ਸੁਹਾਈ।
ਇਹ ਇਦਾਂ ਤਿਆਰੀਆਂ ਕਰਕੇ ਭਟਾਵਾਂ ਲੈ ਕੇ ਸਾਰਾ ਪੈਂਡਾ ਲੰਘ ਕਰਕੇ ਨਾ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਕੀਤਾ ਹੈ, ਜਿੱਥੇ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸ਼ੋਭਾ ਪਾ ਰਹੇ ਸੀ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਸ਼ੋਭਾ ਪਾ ਰਹੇ ਹੈ। ਬਹੁਤ ਆਪੋ ਆਪਣੇ ਉਪਹਾਰ ਭਟਾਵਾਂ ਲਿਆ ਕੇ ਸਤਿਗੁਰਾਂ ਦੇ ਸਾਹਮਣੇ ਇਹਨਾਂ ਨੇ ਅਰਪਣ ਕੀਤੇ ਹੈ ਤੇ ਸਤਿਗੁਰਾਂ ਦੇ ਘਰ ਦੀ ਖੁਸ਼ੀ ਲੈਣਾ ਕੀਤੀ ਹੈ। ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਲੱਗਣਾ ਕੀਤਾ ਹੈ। ਸਤਿਗੁਰੇ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਕਿ ਸਤਿਗੁਰਾਂ ਦੀ ਸ਼ਰਨ ਵਿੱਚ ਪਏ ਆ ਕੇ ਆਪੋ ਆਪਣੀਆਂ ਭਾਵਨਾ ਲੈ ਕੇ ਤੇ ਜਿਵੇਂ ਜਿਵੇਂ ਇਹ ਆਏ, ਜੋ ਜੋ ਭਾਵਨਾਵਾਂ ਲੈ ਕਰਕੇ ਆਏ, ਤੇ ਸਤਿਗੁਰਾਂ ਨੇ ਇਹਨਾਂ ਉੱਤੇ ਵਿਸ਼ੇਸ਼ ਰਹਿਮਤਾਂ ਕੀਤੀਆਂ, ਕਿਰਪਾ ਕੀਤੀ ਹੈ। ਹੁਣ ਇਹ ਬੜੇ ਪ੍ਰਸੰਨ ਨੇ। ਬਲਖ ਬੁਖਾਰਾ ਆਦਿਕ ਪੁਰਗਨ, ਪਸ਼ਚਮ ਦਿਸ਼ ਤੇ ਪਹੁੰਚੇ ਨਰਗਨ। ਕਿ ਬਲਖ ਬੁਖਾਰਾ ਆਦਿਕ ਜਿਤਨੇ ਵੀ ਦੇਸ਼ ਸੀ, ਜਿਤਨੇ ਵੀ ਇਲਾਕੇ ਸੀ ਨਾ, ਬਲਖ ਬੁਖਾਰੇ ਤੱਕ ਕਵੀ ਜਨ ਨੇ ਲਿਖਣਾ ਕੀਤਾ ਹੈ। ਪੱਛਮ ਵਾਲੇ ਪਾਸੇ ਤੋਂ ਸਭ ਨਰ ਨਾਰੀ ਇਕੱਠੇ ਹੋ ਕੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹੈ। ਨਾਲ ਜਿਤਨੇ ਮਲਤਾਨੀ ਮਸੰਦ ਸੀ, ਮਲਤਾਨ ਦੇ ਮਸੰਦ ਕਹਿ ਲੋ, ਉਹਨਾਂ ਨੇ ਵੀ ਆਉਣਾ ਕੀਤਾ ਹੈ। ਤੇ ਗੁਰਸਿੱਖਾਂ ਨੇ ਆਪੋ ਆਪਣੇ ਦਸਵੰਧ ਦੇ ਉਪਹਾਰ ਜਿਹੜੇ ਹੈ ਉਹ ਵੱਡੀਆਂ ਗਿਣਤੀਆਂ ਵਿੱਚ ਲਿਆਉਣਾ ਕੀਤੇ ਹੈ। ਵੱਡੀਆਂ ਗਿਣਤੀਆਂ ਵਿੱਚ ਦੱਖਣ ਦੇਸ਼ੇ ਆਦ ਉਜੈਨ, ਚੱਲ ਪਹੁੰਚੇ ਗੁਰ ਦਰਸ਼ਨ ਲੈਣ। ਦੱਖਣ ਵਾਲੇ ਪਾਸੇ ਤੋਂ, ਉਜੈਨ ਆਦਿਕ ਕਹਿਣ ਦਾ ਮਤਲਬ ਉਜੈਨ ਵਾਲੇ ਪਾਸੇ ਤੋਂ ਫਿਰ ਗੁਰੂ ਕੇ ਦਰਸ਼ਨ ਦਿਦਾਰੇ ਕਰਨ ਵਾਸਤੇ ਗੁਰਸਿੱਖ ਸੰਗਤਾਂ ਪਹੁੰਚੀਆਂ। ਅਤੇ ਜਿਤਨੇ ਜਿਤਨੇ ਵੀ ਦੇਸ਼ ਸੀ ਨਾ, ਇਤਿਹਾਸਕਾਰ ਕਹਿੰਦਾ ਕਿ ਇਹਨਾਂ ਦੀ ਕੋਈ ਵੀ ਗਿਣਤੀ ਕਰਨ ਵਾਲਾ ਗਿਣਤੀ ਕਰ ਨਹੀਂ ਸਕਦਾ ਕਿ ਇਤਨੀਆਂ ਸੰਗਤਾਂ ਇਕੱਠੀਆਂ ਹੋ ਕੇ ਸਾਰੇ ਇਲਾਕਿਆਂ ਵਿੱਚੋਂ ਤੇ ਗੁਰੂ ਚਰਨਾਂ ਵਿੱਚ ਪਹੁੰਚ ਰਹੀਆਂ। ਵਿਸ਼ੇਸ਼ ਤੌਰ ਤੇ ਪਹੁੰਚਣਾ ਕੀਤਾ ਕਿਉਂਕਿ ਹੁਕਮਨਾਮੇ ਵਿੱਚ ਲਿਖਿਆ ਗਿਆ ਸੀ ਕਿ ਸਤਿਗੁਰਾਂ ਵੱਲੋਂ ਵਿਸ਼ੇਸ਼ ਹੁਕਮ ਹੈ ਕਿ ਭਾਈ ਜਿਵੇਂ ਜਿਵੇਂ ਗੁਰੂ ਦਰਬਾਰ ਦੇ ਸੁਨੇਹੇ ਲੱਗੇ, ਹੁਕਮ ਲੱਗੇ, ਸਾਰੀਆਂ ਸੰਗਤਾਂ ਨੇ ਫਿਰ ਬੜੇ ਉਤਸ਼ਾਹ ਦੇ ਨਾਲ ਇੱਥੇ ਪਹੁੰਚਣਾ ਹੈ। ਜਿਹੜੇ ਮਾਈ ਭਾਈ ਇਸ ਹੁਕਮ ਨੂੰ ਤਮੀਲ ਕਰਕੇ ਕੀਰਤਨਪੁਰ ਸਾਹਿਬ ਪਹੁੰਚਣਗੇ ਨਾ, ਜੋ ਮੰਗਣਗੇ ਫਿਰ ਉਹੀ ਕੁਛ ਉਹਨਾਂ ਨੂੰ ਪ੍ਰਾਪਤ ਹੋਏਗਾ। ਜੋ ਮੰਗਣਗੇ ਉਹੀ ਕੁਛ ਪ੍ਰਾਪਤ ਹੋਏਗਾ। ਤੇ ਜਿਵੇਂ ਜਿਵੇਂ ਗੁਰਸਿੱਖਾਂ ਨੇ ਸਤਿਗੁਰਾਂ ਦੇ ਹੁਕਮ ਸੁਨੇ ਤੇ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ ਕਿ ਬਈ ਸਤਿਗੁਰਾਂ ਨੇ ਜੋ ਬਚਨ ਛੱਡੇ ਆ ਉਹ ਕਦਾਚਿਤ ਖਾਲੀ ਨਹੀਂ ਜਾਣਗੇ। ਚਲੋ ਚੱਲ ਕੇ ਗੁਰੂ ਦਰਬਾਰ ਦੀਆਂ ਫਿਰ ਆਪਾਂ ਖੁਸ਼ੀਆਂ ਲੈਣੀਆਂ ਕਰੀਏ। ਵਸਤ ਅਨੂਠੀ ਮੋਲ ਵਡੇਰੀ, ਦੁਰਲਭ ਲੈ ਆਏ ਤਿਸ ਬੇਰੀ। ਕਿ ਬਹੁ ਮੁੱਲੀਆਂ ਵਸਤਾਂ ਤੇ ਦੁਰਲਭ ਵਸਤਾਂ, ਕਹਿਣ ਦਾ ਭਾਵ ਕਿ ਨਵੀਆਂ ਨਵੀਆਂ ਵਸਤਾਂ ਜਿਹੜੀਆਂ ਕਿਸੇ ਨੇ ਦੇਖੀਆਂ ਨਹੀਂ, ਐਸੀਆਂ ਦੁਰਲਭ ਵਸਤੂਆਂ ਜਿਹੜੀਆਂ ਇਹ ਗੁਰੂ ਕੀਆਂ ਸਿੱਖ ਸੰਗਤਾਂ ਫਿਰ ਲੈ ਕੇ ਆਉਣ ਲੱਗੀਆਂ। ਹੁਣ ਗੁਰੂ ਕੇ ਪਿਆਰੇ ਕਈ ਸੁੰਦਰ ਵਸਤਰ ਅਤੇ ਗੁਰੂ ਸਾਹਿਬਾਨ ਦੇ ਦਰਸ਼ਨ ਦਿਦਾਰੇ ਕਰਕੇ ਤੇ ਇਹ ਲਿਆਂਦੇ ਹੋਏ ਵਸਤਰ ਫਿਰ ਅਰਪਣ ਕਰਦੇ ਆ। ਕਈਆਂ ਨੇ ਆਪੋ ਆਪਣੀ ਭਾਵਨਾ ਅਨੁਸਾਰ ਸਤਿਗੁਰਾਂ ਨੂੰ ਇਹ ਵਸਤਰ ਪਹਿਨਾਉਣ ਵਾਸਤੇ ਸੁੰਦਰ ਸੁੰਦਰ ਵਸਤਰ ਲਿਆਂਦੇ ਕਿ ਸਤਿਗੁਰ ਜੀ ਇਹ ਸਾਡਾ ਵਸਤਰ ਪਹਿਨਣਾ ਕਰੋ, ਦੂਸਰਾ ਕਹਿੰਦਾ ਸਾਡਾ ਪਹਿਨਣਾ ਕਰੋ। ਤੇ ਸਤਿਗੁਰ ਜੀ ਮਹਾਰਾਜ ਨਾ ਮੁਸਕਰਾਉਂਦੇ ਐ। ਜਿੱਥੇ ਸਤਿਗੁਰ ਜੀ ਮਹਾਰਾਜ ਆਪਣੀਆਂ ਸੰਗਤਾਂ ਤੇ ਖੁਸ਼ੀ ਕਰਦੇ ਐ, ਉੱਥੇ ਫਿਰ ਦਿਆਲੂ ਤੇ ਕਿਰਪਾਲੂ ਸਤਿਗੁਰ ਜੀ ਮਹਾਰਾਜ ਇਹਨਾਂ ਦੇ ਮਨ ਦੀਆਂ ਜਿਹੜੀਆਂ ਭਾਵਨਾ ਉਹ ਪੂਰੀਆਂ ਕਰੀ ਜਾਂਦੇ ਐ। ਸੰਗਤਾਂ ਬਹੁਤ ਵੱਡੀ ਖੁਸ਼ੀ ਕੀਰਤਨਪੁਰ ਸਾਹਿਬ ਤੋਂ ਆ ਕੇ ਲੈ ਰਹੀਆਂ। ਤਿਮ ਪੂਰਬ ਕੇ ਚੱਲ ਕਰ ਆਏ, ਢਾਕਾ ਆਦਿ ਦੇਸ਼ ਮੁਦਾਏ। ਤੇ ਚਲਦਿਆਂ ਚਲਦਿਆਂ ਪੂਰਬ ਵਾਲੇ ਪਾਸੇ ਤੋਂ ਸੰਗਤਾਂ ਜਿਹੜੀਆਂ ਢਾਕਾ ਬੰਗਾਲੇ ਤੋਂ ਹੁਣ ਸਿੱਖ ਜਿਹੜੇ ਇਕੱਠੇ ਹੋ ਕੇ ਪਹੁੰਚੇ ਐ। ਢਾਕੇ ਬੰਗਾਲੇ ਤੋਂ ਗੁਰੂ ਕੇ ਸਿੱਖ ਫਿਰ ਇੱਥੇ ਪਹੁੰਚੇ ਐ। ਪਟਨੇ ਆਦਿ ਨਗਰਾਂ ਦੇ ਜਿਹੜੇ ਸਿੱਖ ਸਨ
ਉਹਨਾਂ ਨੇ ਵੀ ਬੜੇ ਸੁੰਦਰ ਸੁੰਦਰ ਉਪਹਾਰ ਗੁਰੂ ਚਰਨਾਂ ਵਿੱਚ ਲਿਆਉਣਾ ਕੀਤੇ ਹੈ। ਪਟਨੇ ਵਾਲੇ ਪਾਸੇ ਤੋਂ, ਢਾਕੇ ਬੰਗਾਲੇ ਤੋਂ, ਇਹ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਉਪਹਾਰ ਫਿਰ ਗੁਰੂ ਚਰਨਾਂ ਵਿੱਚ ਲਿਆਉਣਾ ਕੀਤੇ ਹੈ। ਤਿਮ ਪਰਬਤ ਬਾਸੀ ਚਲੇ ਆਏ, ਸਤਿਗੁਰ ਹਰਗੋਬਿੰਦ ਤਰਸਾਏ। ਕਿ ਪਰਬਤ ਵਾਲੇ ਪਾਸੇ ਤੋਂ ਸੰਗਤਾਂ ਆਈਆਂ, ਜਿਨ੍ਹਾਂ ਨੇ ਕਿ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਦਰਸ਼ਨਦਾਰੇ ਕੀਤੇ। ਕਹਿ ਲੋ ਕਿ ਇਤਨੀਆਂ ਸੰਗਤਾਂ ਆ ਗਈਆਂ ਕਿ ਕੀਰਤਨਪੁਰ ਸਾਹਿਬ ਦੇ 4 ਛਫੇਰੇ ਤੰਬੂ ਹੀ ਤੰਬੂ ਸੰਗਤਾਂ ਦੇ ਲੱਗੇ ਹੋਏ ਆ। 4 ਛਫੇਰੇ ਕੀਰਤਨਪੁਰ ਸਾਹਿਬ ਦੇ ਤੰਬੂ ਹੀ ਤੰਬੂ ਲੱਗੇ ਹੋਏ ਐ। ਇਤਨੀਆਂ ਸੰਗਤਾਂ ਇਕੱਠੀਆਂ ਹੋ ਕਰਕੇ ਗੁਰੂ ਚਰਨਾਂ ਵਿੱਚ ਪਹੁੰਚੀਆਂ, ਜਿੱਥੇ ਹੁਣ ਕੀਰਤਨਪੁਰ ਸਾਹਿਬ ਦੇ ਵਿੱਚ ਬੜੀ ਵੱਡੀ ਭੀੜ ਹੋ ਗਈ। ਇਤਿਹਾਸਕਾਰ ਲਿਖਦਾ ਕਿ ਬੇਦੀ ਤ੍ਰੇਹਨ ਭੱਲੇ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਅੰਸ ਬੰਸ, ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਅੰਸ ਬੰਸ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅੰਸ ਬੰਸ, ਇਹ ਸਭ ਪਹੁੰਚੇ ਐ ਸਤਿਗੁਰਾਂ ਦਾ ਹੁਕਮ ਪ੍ਰਵਾਨ ਕਰਕੇ। ਤੇ ਜਿੱਥੇ ਇਹ ਵੱਡੇ ਸਤਿਗੁਰਾਂ ਦੀ ਅੰਸ ਬੰਸ ਪਹੁੰਚੀ ਹੈ, ਉੱਥੇ ਫਿਰ ਮਾਲਵੇ ਦੇਸ਼ ਦੇ ਵਿੱਚੋਂ ਬੜੀਆਂ ਸਾਰੀਆਂ ਸੰਗਤਾਂ ਕੀਰਤਨਪੁਰ ਸਾਹਿਬ ਪਹੁੰਚੀਆਂ, ਕਿਉਂਕਿ ਮਾਲਵੇ ਇਲਾਕੇ ਨੂੰ ਸਤਿਗੁਰੂ ਜੀ ਮਹਾਰਾਜ ਤਾਰ ਕਰਕੇ ਗਏ ਸੀ। ਕਾਫੀ ਸਮਾਂ ਮਾਲਵੇ ਦੇ ਵਿੱਚ ਸਤਿਗੁਰਾਂ ਨੇ ਠਹਿਰਾਓ ਕੀਤਾ। ਜਿੱਥੇ ਯੁੱਧ ਲੜਿਆ ਨਾ ਮਾਲਵੇ ਵਿੱਚ, ਉੱਥੇ ਸਤਿਗੁਰਾਂ ਨੇ ਭਾਈ ਸਾਧੂ ਤੇ ਭਾਈ ਰੂਪੇ ਵਰਗੇ ਭਗਤ ਪੈਦਾ ਕੀਤੇ ਐ, ਜਿਨ੍ਹਾਂ ਦੀਆਂ ਰਸਨਾ ਨੂੰ ਤਲਵਾਰਾਂ ਦਾ ਦਰਜਾ ਦੇਣਾ ਕੀਤਾ ਕਿ ਜੋ ਕੁਝ ਤੁਸੀਂ ਰਸਨਾ ਵਿੱਚੋਂ ਬੋਲੋਗੇ ਉਹ ਕਦਾਚਿਤ ਖਾਲੀ ਨਹੀਂ ਜਾਏਗਾ, ਪਰ ਬਚਨ ਜਿਹੜੇ ਉਹਨਾਂ ਸੋਚ ਸਮਝ ਕੇ ਕਰਿਓ। ਭਾਈ ਸਾਧੂ ਤੇ ਭਾਈ ਰੂਪਾ ਜੀ, ਤੁਸੀਂ ਜੋ ਬਚਨ ਕਹਿ ਦਿਓਗੇ ਨਾ, ਉਹ ਕਦਾ ਵਾਸਤੇ ਖਾਲੀ ਨਹੀਂ ਜਾਏਗਾ। ਜਿਹਨੂੰ ਮਾਰਨਾ ਚਾਹੋ ਮਾਰ ਦਿਓ, ਜਿਹਨੂੰ ਜਵਾਉਣਾ ਚਾਹੋ ਉਹਨੂੰ ਜਵਾ ਲਵੋ, ਪਰ ਗੁਰਮਰਜ਼ਾਦਾ ਅਨੁਸਾਰ ਚੱਲਣਾ ਕਰਿਓ। ਗੁਰਮਰਜ਼ਾਦਾ ਅਨੁਸਾਰ ਸਤਿਗੁਰੂ ਜੀ ਮਹਾਰਾਜ ਦੀ ਇਸ ਹੁਕਮ ਨੂੰ ਸੁਣ ਕੇ ਤੇ ਮਾਲਵੇ ਦੀਆਂ ਸੰਗਤਾਂ ਫਿਰ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ। ਇਹਨਾਂ ਦੇ ਨਾਲ ਭਾਈ ਭਗਤੂ ਦੀਆਂ ਸੰਗਤਾਂ ਜਿਹੜੀਆਂ ਉਹ ਵੀ ਪਹੁੰਚੀਆਂ। ਭਾਈ ਭਗਤੂ ਦੀਆਂ ਫੌਜਾਂ ਇਹਨਾਂ ਨੇ ਵੀ ਪਹੁੰਚਣਾ ਕੀਤਾ, ਕਿਉਂਕਿ ਗੁਰੂ ਰੂਪ ਸਾਧ ਸੰਗਤ ਜੀ ਭਾਈ ਭਗਤੂ ਤੇ ਭਾਈ ਬਹਿਲੋ ਜਿਹੜੇ ਕਿ ਸਤਿਗੁਰਾਂ ਦੇ ਸਾਥ ਵਿੱਚ ਕਾਫੀ ਸਮਾਂ ਰਹੇ ਐ, ਜਿਨ੍ਹਾਂ ਦੇ ਵਸ ਵਿੱਚ ਭੂਤ ਪ੍ਰੇਤ ਸੀ, ਕਿ ਇਹ ਭੂਤ ਪ੍ਰੇਤਾਂ ਪਾਸੋਂ ਭਾਈ ਭਗਤੂ ਜੀ ਬੜੇ ਸਾਰੇ ਕਾਰਜ ਲੈਂਦੇ ਸੀ, ਬੜੇ ਕੰਮ ਲੈਣਾ ਕਰਦੇ। ਸਤਿਗੁਰਾਂ ਦੇ ਘਰ ਦੀ ਕਮਾਈ ਕਰਕੇ ਇਹ ਡਿਊਟੀਆਂ ਲੈਣਾ ਕੀਤੀਆਂ, ਤੇ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਫਿਰ ਪਹੁੰਚੇ ਐ, ਜਿਨ੍ਹਾਂ ਦੇ ਹਿਰਦੇ ਉਹਨਾਂ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਐ, ਜਿਨ੍ਹਾਂ ਨੂੰ ਪ੍ਰੇਮ ਹੈ ਨਾ ਇਸ ਘਰ ਦੇ ਨਾਲ, ਜਿਨ੍ਹਾਂ ਨੂੰ ਚਾਉ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਲਗਾਓ ਹੈ, ਤੇ ਗੁਰੂ ਚਰਨਾਂ ਵਿੱਚ ਉਹੀ ਪਹੁੰਚਦੇ ਐ। ਗੁਰੂ ਪਿਆਰ ਵਾਲਿਓ, ਉਹੀ ਪਹੁੰਚਦੇ ਐ। ਤੇ ਭਾਈ ਭਗਤੂ ਜੀ ਵਰਗੇ ਜਿਹੜੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਐ, ਫਿਰ ਮਾਲਵੇ ਦੇਸ਼ ਤੋਂ ਸੰਗਤਾਂ ਲੈ ਕਰਕੇ ਇਹ ਪਹੁੰਚੇ ਐ। ਤਿਮ ਭਾਈ ਬਹਿਲੋ ਚਲੇ ਆਇਓ, ਸੰਗ ਅਨੇਕ ਗੁਰੂ ਸਿੱਖ ਲਿਆਇਓ। ਕਿ ਭਾਈ ਬਹਿਲੋ ਜੀ ਵੀ ਚੱਲ ਕੇ ਗਏ, ਜਿਹੜੇ ਕਿ ਆਪਣੇ ਗੁਰਸਿੱਖਾਂ ਨੂੰ ਸਾਥ ਵਿੱਚ ਲਗਾਏ ਐ ਪ੍ਰੇਰ ਕਰਕੇ। ਇਤਿਆਦਿਕ ਜਿਤਨੇ ਵੀ ਗੁਰੂ ਦਰਬਾਰ ਦੇ ਵਿੱਚੋਂ ਜਿਨ੍ਹਾਂ ਨੂੰ ਮੰਜੀਆਂ ਦੀ ਪਦਵੀ ਪ੍ਰਾਪਤ ਹੋਈ ਸੀ, ਜਿਨ੍ਹਾਂ ਨੂੰ ਜਥੇਦਾਰੀਆਂ ਪ੍ਰਾਪਤ ਹੋਈਆਂ ਨਾ, ਉੱਚ ਪਦਵੀਆਂ ਪ੍ਰਾਪਤ ਹੋਈਆਂ, ਉਹ ਸਾਰੇ ਕੀਰਤਪੁਰ ਸਾਹਿਬ ਵਿਖੇ ਗਏ ਐ। ਆਪਾਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਇੱਥੇ ਜੁੜ ਬੈਠਦੇ ਆ ਨਾ ਗੁਰੂ ਪਿਆਰ ਵਾਲਿਓ, ਇਹਨਾਂ ਨੂੰ ਵੀ ਮੰਜੀ ਬਖਸ਼ਿਸ਼ ਵਿੱਚ ਮਿਲਣਾ ਕੀਤੀ। ਸਿੱਖ ਪ੍ਰਚਾਰਕ ਬ੍ਰਹਮ ਗਿਆਨੀ ਬਾਬਾ ਸੱਚਨ ਸੱਚ ਜੀ, ਜਿਨ੍ਹਾਂ ਦੇ ਘਰ ਦਾ ਨਾਂ ਭਾਈ ਪੈਰੋ ਜੀ, ਭਾਈ ਚੈਨਾ ਜੀ ਸੀ, ਸੱਚਨ ਸੱਚ ਸਤਿਗੁਰਾਂ ਨੇ ਇਹ ਬਖਸ਼ਿਸ਼ ਵਿੱਚ ਨਾਮ ਦੇਣਾ ਕੀਤਾ। ਇਹ ਸਭ ਮੰਜੀਦਾਰ ਸੀ, ਤੇ ਸਤਿਗੁਰਾਂ ਨੇ ਇਹਨਾਂ ਦੀ ਘਾਲ ਕਮਾਈ ਤੋਂ ਪ੍ਰਸੰਨ ਹੋ ਕੇ ਤੇ ਇਹ ਬਖਸ਼ਿਸ਼ਾਂ ਦਿੱਤੀਆਂ। ਤੇ ਅੱਜ ਆਪਾਂ ਜਿੱਥੇ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਕ ਮਕਸਦ ਹੁੰਦੇ ਆ। ਉੱਥੇ ਸਤਿਗੁਰਾਂ ਦੇ ਚਰਨਾਂ ਦੇ ਜੋੜਾ ਸਾਹਿਬ ਮਸਤਕ ਨਾਲ ਛੁਹਾ ਕੇ ਦੁੱਖਾਂ ਤੋਂ ਰਹਿਤ ਹੁੰਦੇ ਆ ਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਆ। ਇਹ ਬਾਬਾ ਜੀ ਦੀ ਘਾਲ ਕਮਾਈ ਹੈ, ਮੰਜੀਦਾਰ ਦੀ ਘਾਲ ਕਮਾਈ ਹੈ, ਜਿਨੇ ਕਿ ਇਹ ਬਖਸ਼ਾਂ ਲੈ ਕੇ ਸਾਡੇ ਉੱਤੇ ਪਰਉਪਕਾਰ ਕਰਨਾ ਕੀਤਾ। ਹੁਣ ਜਿਤਨੇ ਵੀ ਇਹ ਮੰਜੀਦਾਰ ਸੀ ਸਭ ਉੱਤਮ ਪਦਵੀਆਂ ਵਾਲੇ ਇੱਥੇ ਪਹੁੰਚੇ ਐ। ਸਤਿਗੁਰੂ ਜੀ ਮਹਾਰਾਜ ਦੇ ਦੁਆਰੇ ਤੇ ਚੱਲ ਕੇ ਆਏ ਤੇ ਗੁਰਸਿੱਖਾਂ ਦੀਆਂ ਬੜੀਆਂ ਸਾਰੀਆਂ ਭੀੜਾਂ ਲੱਗ ਗਈਆਂ। ਇਹ ਵਿਸ਼ੇਸ਼ ਕਾਰਜ ਕਰਨ ਵਾਸਤੇ ਨਾ ਸਤਿਗੁਰਾਂ ਨੇ ਸਾਰੀਆਂ ਸੰਗਤਾਂ ਨੂੰ ਫਿਰ ਬੁਲਾਣਾ ਕੀਤਾ ਹੈ। ਇਤਿਹਾਸਕਾਰ ਕਹਿੰਦਾ ਹੈ ਕਿ ਇਤਨੇ ਸਾਰੇ ਉਪਹਾਰ ਚੜੇ ਕਿ ਬੜਾ ਵੱਡਾ ਢੇਰ ਉਪਹਾਰਾਂ ਦਾ ਲੱਗ ਗਿਆ ਕੀਰਤਨਪੁਰ ਸਾਹਿਬ। ਜੋ ਜੋ ਮੰਗਦੇ ਐ ਫਿਰ ਉਹੀ ਕੁਛ ਇੱਥੋਂ ਪ੍ਰਾਪਤ ਹੁੰਦਾ ਹੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਕੁਛ ਮੰਗਦੇ ਐ ਉਹੀ ਕੁਛ ਮੁਰਾਦਾਂ ਪੂਰੀਆਂ ਹੁੰਦੀਆਂ। ਮੱਦਰ ਦੇਸ਼ ਲਾਪੁਰ ਤੇ ਆਦ, ਪੰਜਾਬ ਲਾਹੌਰ ਆਦਿ ਤੋਂ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਆ ਕੇ ਤੇ ਇਹ ਆਨੰਦ ਮੰਗਲ ਦੇਖਣਾ ਕੀਤਾ। ਪਾਕਿਸਤਾਨ ਵਿੱਚ ਲਾਹੌਰ ਆਦਿਕ ਜਿਹੜਾ ਵੱਡਾ ਪੰਜਾਬ ਸੀ ਨਾ, ਤੇ ਲਾਹੌਰ ਇਹਨਾਂ ਇਲਾਕਿਆਂ ਵਿੱਚੋਂ ਸਤਿਗੁਰਾਂ ਦੇ ਘਰ ਦਾ ਹੁਕਮ ਸੁਣ ਕੇ ਕੀਰਤਨਪੁਰ ਸਾਹਿਬ ਪਹੁੰਚਣਾ ਕੀਤਾ ਤੇ ਪਹੁੰਚ ਕਰਕੇ ਗੁਰੂ ਦਰਬਾਰ ਦੀਆਂ ਖੁਸ਼ੀਆਂ ਲੈਣੀਆਂ ਕੀਤੀਆਂ। ਬੜੇ ਵੱਡੇ ਆਨੰਦ ਮੰਗਲ ਦੇਖਣਾ ਕੀਤੇ ਹੈ, ਕਿਉਂਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਆਪਣਾ ਪਰਲੋਕ ਗਮਨ ਨੇੜੇ ਜਾਣ ਕਰਕੇ ਆਪਣੇ ਛੋਟੇ ਪੋਤਰੇ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਨਿਯੁਕਤ ਕਰਨਾ ਚਾਹੁੰਦੇ ਹੈ। ਹੁਣ ਜਿਵੇਂ ਜਿਵੇਂ ਸੰਗਤਾਂ ਪਹੁੰਚੀਆਂ ਨਾ, ਜਿਨ੍ਹਾਂ ਨੇ ਇਸ ਤੋਂ ਪਹਿਲੋਂ 5 ਗੁਰੂ ਸਾਹਿਬਾਨਾਂ ਤੋਂ ਮੰਜੀਆਂ ਦੀ ਪਦਵੀ ਪ੍ਰਾਪਤ ਕੀਤੀ ਸੀ, ਕਹਿਣ ਦਾ ਭਾਵ ਕਿ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਜਿਨ੍ਹਾਂ ਨੇ ਮੰਜੀਆਂ ਦੀ ਬਖਸ਼ਿਸ਼ ਲੈਣਾ ਕੀਤੀ ਸੀ, ਜਿਤਨੇ ਵੀ ਸਰੀਰ ਕਰਕੇ ਉਸ ਸਮੇਂ ਤੱਕ ਰਹੇ, ਇਤਿਹਾਸਕਾਰ ਕਹਿੰਦਾ ਕਿ ਉਹ ਸਾਰੇ ਪਹੁੰਚੇ ਹੈ। ਪ੍ਰਥਮ ਗੁਰਨ ਤੇ ਮੰਜੀ ਲਹੇ, ਪਹੁੰਚੋ ਤੇ ਜੀਵਤ ਜੇ ਰਹੇ। ਕਿ ਜਿੰਨੇ ਸਰੀਰ ਕਰਕੇ ਹੈਗੇ ਸੀ ਨਾ ਮੰਜੀਦਾਰ, ਉਹ ਸਾਰੇ ਫਿਰ ਕੀਰਤਪੁਰ ਸਾਹਿਬ ਗਏ ਹੈ। ਜਿਹੜੇ ਅਕਾਲ ਗਮਨ ਕਰ ਗਏ ਉਹ ਤੇ ਵੱਖਰੀ ਗੱਲ ਹੈ, ਪਰ ਜਿਹੜੇ ਸਰੀਰ ਕਰਕੇ ਸੀ ਉਹ ਮੰਜੀਦਾਰ ਸਾਰੇ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਕੀਰਤਨਪੁਰ ਸਾਹਿਬ ਪਹੁੰਚ ਗਏ। ਕਿਉਂਕਿ ਗੁਰੂ ਰੂਪ ਸਾਧ ਸੰਗਤ ਜੀ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਨਾ ਇਹ ਬੜੀ ਵੱਡੀ ਸਾਡੇ ਉੱਤੇ ਰਹਿਮਤ ਕਰਨਾ ਕੀਤੀ ਹੈ। ਇਹ ਸਥਾਨ ਜਿਹੜਾ ਸੁਭਾਏਮਾਨ ਕਰਨ ਵਾਲੀ, ਕਿ ਇਸ ਜਗ੍ਹਾ ਤੇ ਸਤਿਗੁਰੂ ਜੀ ਮਹਾਰਾਜ ਨੇ ਇਹ ਬਖਸ਼ਾ ਦੇਣੀਆਂ ਕੀਤੀਆਂ ਤੇ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਲਾਉਂਦੇ ਆ। ਜਿਹੜੇ ਘਰਾਂ ਦੇ ਵਿੱਚੋਂ ਪੁਰਾਣੀ ਸਦੀਵੀ ਵਿਛੋੜਾ ਦੇ ਜਾਂਦੇ ਆ ਨਾ, ਸਤਿਗੁਰਾਂ ਦੀਆਂ ਇਤਨੀਆਂ ਵੱਡੀਆਂ ਰਹਿਮਤਾਂ ਹੈ ਕਿ ਜਿਹੜੇ ਪ੍ਰਾਣੀ ਦੇ ਫੁੱਲ ਉੱਥੇ ਪਹੁੰਚ ਗਏ ਨਾ ਗੁਰੂ ਪਿਆਰ ਵਾਲਿਓ, ਸਮਝ ਲਓ ਉਹਨੂੰ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸੱਚੇ ਪਾਤਸ਼ਾਹ ਨੇ ਚਰਨਾਂ ਨਾਲ ਲਾ ਲਿਆ। ਜਿੱਥੇ ਆਪਣੇ ਵੱਡੇ ਸਾਹਿਬਜ਼ਾਦੇ ਗੁਰਦਿੱਤਾ ਜੀ ਪਾਸੋਂ ਕੀਰਤਨਪੁਰ ਸਾਹਿਬ ਵਸਾਇਆ, ਉੱਥੇ ਸਤਿਗੁਰਾਂ ਨੇ ਬੜੇ ਸਾਰੇ ਆਨੰਦ ਮੰਗਲ ਕੀਤੇ ਹੈ ਕੀਰਤਨਪੁਰ ਸਾਹਿਬ ਦੀ ਧਰਤੀ ਤੇ ਆਪ ਵੀ ਸਤਿਗੁਰਾਂ ਨੇ ਪਰਲੋਕ ਗਮਨ ਇਸ ਧਰਤੀ ਤੇ ਕੀਤਾ ਹੈ। ਅੱਜ ਅਸੀਂ ਸਤਿਗੁਰਾਂ ਦੀ ਬਖਸ਼ਿਸ਼ ਨੂੰ ਨਾ ਵਿਸਰ ਰਹੇ ਹਾਂ ਗੁਰੂ ਪਿਆਰ ਵਾਲਿਓ। ਅਸੀਂ ਉਸ ਜਗ੍ਹਾ ਤੇ ਜਾਣ ਦੀ ਬਜਾਏ ਜਿਸ ਜਗ੍ਹਾ ਤੇ ਕੋਈ ਮਰਜ਼ਾਦਾ ਨਹੀਂ ਨਾ, ਉੱਥੇ ਆਪਣੇ ਵਿਛੜੇ ਹੋਏ ਪ੍ਰਾਣੀਆਂ ਦੇ ਫੁੱਲ ਪਾਉਣ ਲੱਗ ਗਏ। ਇਸੇ ਕਰਕੇ ਨਾ ਸਾਨੂੰ ਫਿਰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਗੁਰੂ ਪਿਆਰਿਓ ਕੁਛ ਮਾਨ ਮਰਜ਼ਾਦਾ ਵੀ ਤੇ ਹੋਣੀ ਚਾਹੀਦੀ ਹੈ ਨਾ। ਜਿੱਥੇ ਰੱਬ ਦੀ ਗੁਰਬਾਣੀ ਦਾ ਜਾਪ ਹੁੰਦਾ ਹੈ, ਕੀਰਤਨ ਹੁੰਦਾ ਹੈ, ਗੁਰਸਿੱਖ ਜਿਹੜੇ ਹੈ ਉਹ ਬੈਠ ਕੇ ਨਿਤਨੇਮ ਕਰਦੇ ਹੈ, ਤੇ 6ਵੇਂ ਪਾਤਸ਼ਾਹ ਦੀ ਬੜੀ ਵੱਡੀ ਰਹਿਮਤ ਹੈ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੀ ਰਹਿਮਤ ਹੈ, ਜਿਨ੍ਹਾਂ ਨੂੰ ਬਾਬਾ ਸ੍ਰੀ ਚੰਦ ਜੀ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਦਿੱਤੀਆਂ, ਤੇ ਉਹ ਸਭ ਗੁਰਸਿੱਖ ਤੇ ਸਤਿਗੁਰਾਂ ਦੇ ਸਾਹਿਬਜ਼ਾਦੇ ਉੱਥੇ ਹਾਜ਼ਰ ਨਾਜ਼ਰ ਨੇ। ਜਦੋਂ ਅਸੀਂ ਆਪਣੇ ਵਿਛੜੇ ਹੋਏ ਪ੍ਰਾਣੀ ਦੇ ਫੁੱਲ ਉੱਥੇ ਪਾਵਾਂਗੇ
ਤੇ ਕਿਉਂ ਨਹੀਂ ਸ਼ਰਨ ਪ੍ਰਾਪਤ ਹੋਏਗੀ, ਕਿਉਂ ਨਹੀਂ ਚਰਨਾਂ ਵਿੱਚ ਨਿਵਾਸ ਮਿਲੇਗਾ ਬਈ? ਹਰ ਹੀਲੇ ਮਿਲੇਗਾ। ਬੜਾ ਉੱਤਮ ਤੇ ਸ੍ਰੇਸ਼ਟ ਸਥਾਨ ਹੈ। ਪਰ ਅਸੀਂ ਅੱਜ ਭੁੱਲਣ ਲੋਕ ਇਹ ਗਲਤੀਆਂ ਕਰਨ ਲੱਗ ਗਏ। ਸਾਨੂੰ ਕਾਲਾਂ ਨੇ ਅੱਗੇ ਲਾ ਲਿਆ ਕਿ ਜਿੱਥੇ ਕੋਈ ਮਾਨ ਮਰਜ਼ਾਦਾ ਨਹੀਂ, ਉੱਥੇ ਆਪਣੇ ਵਿਛੜੇ ਹੋਏ ਪ੍ਰਾਣੀਆਂ ਦੇ ਫੁੱਲ ਪਾਉਂਦੇ ਆ। ਕੋਈ ਉੱਥੇ ਗੁਰਬਾਣੀ ਨਹੀਂ, ਕੋਈ ਉੱਥੇ ਮਰਜ਼ਾਦਾ ਨਹੀਂ, ਕੋਈ ਉੱਥੇ ਗੁਰਸਿੱਖ ਨਹੀਂ। ਹਾਂ ਠੀਕ ਹੈ, ਉੱਥੇ ਗਰੀਬ ਲੋਕ ਪੈਸੇ ਲੈਣ ਵਾਸਤੇ ਤੇ ਜ਼ਰੂਰ ਬੈਠੇ ਐ, ਪਰ ਜੋ ਮਾਣ ਮਰਜ਼ਾਦਾ ਗੁਰੂ ਦੇ ਘਰ ਦੀ ਉਹ ਹੈ ਨਹੀਂ। ਇਸ ਵਾਸਤੇ ਇਹ ਗੱਲ ਸਾਨੂੰ ਨੋਟ ਕਰ ਲੈਣੀ ਚਾਹੀਦੀ ਹੈ। ਆਮਨ ਜਾਨ ਇੱਕ ਖੇਲ ਬਣਾਇਆ। ਆਉਣ ਜਾਣ ਤੇ ਗੁਰੂ ਪਿਆਰ ਵਾਲਿਓ ਉਹਦੇ ਘਰ ਦਾ ਇੱਕ ਕੌਤਕ ਹੈ, ਉਹਨੇ ਰਚਨਾ ਰਚੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਾਰਿਆਂ ਨੇ ਜਾਣਾ ਹੈ, ਇੱਕ ਨਾ ਇੱਕ ਦਿਨ ਇਹ ਸੰਸਾਰ ਸਥਿਰ ਨਹੀਂ, ਇਹ ਨਾਸ ਹੋ ਜਾਣ ਵਾਲਾ ਹੈ। ਇਸ ਵਾਸਤੇ ਜਿਹੜੇ ਸਤਿਗੁਰਾਂ ਦੇ ਹੁਕਮ ਦੀ ਤਮੀਲ ਕਰਨਗੇ ਨਾ, ਉਹ ਗੁਰੂ ਪਿਆਰ ਵਾਲਿਓ ਸਦਾ ਸੁਖੀ ਵਸਣਗੇ। ਤੇ ਜੇ ਆਪਾਂ ਏਦਾਂ ਗਲਤੀਆਂ ਅੱਗੇ ਹੋਰ ਵਧਾ ਦਿੱਤੀਆਂ ਤੇ ਫਿਰ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ। ਕਿਉਂਕਿ ਸਤਿਗੁਰੂ ਜੀ ਫਰਮਾਨ ਕਰਦੇ ਐ, ਬੇਮੁਖ ਹੋਏ RAM ਤੇ ਲੱਗਣ ਜਨਮ ਵਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਬੇਮੁਖ ਹੋ ਗਏ ਇਸ ਘਰ ਤੋਂ ਤੇ ਫਿਰ ਦੁੱਖ ਹੀ ਦੁੱਖ ਝੱਲਣੇ ਪੈਣੇ ਆ। ਇਸ ਵਾਸਤੇ ਸਾਨੂੰ ਕਦਾਚਿਤ ਇਹ ਗਲਤੀ ਨਹੀਂ ਕਰਨੀ ਚਾਹੀਦੀ। ਗੁਰੂ ਪਿਆਰ ਵਾਲਿਓ ਇਹ ਗੱਲ ਸਾਨੂੰ ਆਪਣੇ ਹਿਰਦੇ ਵਿੱਚ ਬੰਨ੍ਹ ਲੈਣੀ ਚਾਹੀਦੀ ਹੈ ਕਿ ਇਹ ਸੰਸਾਰ ਉੱਤੇ ਜੋ ਮਰਜ਼ਾਦਾ ਬਣੀ ਹੈ ਆਉਣ ਜਾਣ ਵਾਲੀ, ਇਹ ਸੱਚ ਹੈ ਤੇ ਇਹ ਅਟਲ ਹੈ। ਮਰਨਾ ਸੱਚ ਤੇ ਜਿਉਣਾ ਝੂਠ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਫੈਸਲਾ ਕਰ ਗਏ ਹੈ। ਇਸ ਵਾਸਤੇ ਸਾਨੂੰ ਇਸ ਕਹਾਣੀ, ਇਸ ਗੱਲ ਵੱਲ ਤਵੱਜੋ ਦੇਣੀ ਚਾਹੀਦੀ ਹੈ। ਹੁਣ ਸਤਿਗੁਰਾਂ ਨੇ ਇੱਥੇ ਇਕੱਠ ਕਰਨਾ ਕੀਤਾ, ਬੜੀਆਂ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਤੇ ਹੁਣ ਪਹੁੰਚ ਕਰਕੇ ਤੇ ਮਨ ਦੇ ਵਿੱਚ ਇਹਨਾਂ ਦੇ ਬੜੀ ਵੱਡੀ ਅਭਿਲਾਖ ਹੈ ਕਿ ਸਤਿਗੁਰੂ ਜੀ ਮਹਾਰਾਜ ਨੇ ਪਤਾ ਨਹੀਂ ਕਾਹਦੇ ਵਾਸਤੇ ਸਾਨੂੰ ਇੱਥੇ ਹੁਕਮਨਾਮੇ ਭੇਜ ਕੇ ਬੁਲਾਣਾ ਕੀਤਾ ਤੇ ਮਨ ਦੇ ਵਿੱਚ ਕਾਹਲ ਹੈ ਕਿ ਸਤਿਗੁਰੂ ਜੀ ਮਹਾਰਾਜ ਪਤਾ ਨਹੀਂ ਕਦੋਂ ਉਹ ਬਚਨ ਸੁਣਾਉਣਗੇ ਜਿਹੜੇ ਬਚਨਾਂ ਵਾਸਤੇ ਸਾਨੂੰ ਇੱਥੇ ਬੁਲਾਉਣਾ ਕੀਤਾ। ਮਨ ਦੇ ਵਿੱਚ ਕਾਹਲੀ ਹੈ, ਇਹ ਭੁੱਖ ਹੈ ਕਿ ਸਤਿਗੁਰੂ ਜੀ ਛੇਤੀ ਦੱਸਣ ਜਿਸ ਕਾਰਜ ਵਾਸਤੇ ਸਾਨੂੰ ਕੀਰਤਨਪੁਰ ਸਾਹਿਬ ਬੁਲਾਣਾ ਕੀਤਾ। ਅੱਡੋ ਅੱਡ ਗੁਰਸਿੱਖ ਆਪਸ ਵਿੱਚ ਮਿਲ ਕਰਕੇ ਵਿਚਾਰਾਂ ਕਰਦੇ ਆ। ਪਹਿਲਾ ਦੂਸਰੇ ਨੂੰ ਪੁੱਛਦਾ, ਦੂਸਰਾ ਤੀਸਰੇ ਨੂੰ ਪੁੱਛਦਾ, ਤੀਸਰਾ ਚੌਥੇ ਨੂੰ ਪੁੱਛਦਾ ਹੈ ਕਿ ਬਈ ਤੁਹਾਨੂੰ ਪਤਾ ਕਿ ਸਤਿਗੁਰਾਂ ਨੇ ਆਪਾਂ ਨੂੰ ਹੁਕਮਨਾਮੇ ਲਿਖ ਕੇ ਭੇਜੇ ਹੈ ਤੇ ਕਾਹਦੇ ਵਾਸਤੇ ਇੱਥੇ ਇਕੱਠ ਕੀਤਾ ਗਿਆ, ਕਿਉਂ ਬੁਲਾਇਆ ਭਲਾ ਪਤਾ ਹੈ ਕਿਸੇ ਨੂੰ? ਤੇ ਸਾਰੇ ਅਣਜਾਣਤਾ ਪ੍ਰਗਟ ਕਰਦੇ ਹੈ ਕਿ ਨਾ ਬਈ ਸਤਿਗੁਰੂ ਜੀ ਮਹਾਰਾਜ ਜਦੋਂ ਸਟੇਜ ਤੋਂ ਸੁਣਾਉਣਗੇ ਨਾ ਤੇ ਉਦੋਂ ਹੀ ਪਤਾ ਲੱਗਣਾ ਹੈ। ਪਰ ਕੇਵਲ ਤੇ ਕੇਵਲ ਹਾਲੇ ਤੱਕ ਤੇ ਇਹ ਹੁਕਮ ਹੀ ਸੀ ਕਿ ਸੰਗਤਾਂ ਵੱਧ ਤੋਂ ਵੱਧ ਕੀਰਤਨਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਕਰਨ ਤੇ ਸ੍ਰੇਸ਼ਟ ਸਿੱਖ ਫਿਰ ਆਪਸ ਵਿੱਚ ਬੈਠ ਕਰਕੇ ਤੇ ਵਿਚਾਰਾਂ ਕਰਦੇ ਹਨ। ਦੇਸ਼ ਦੁਆਬਾ ਪੁਣੇ ਪੁਆਦ ਪੁਰ ਗ੍ਰਾਮਣ ਤੇ ਸੁਣ ਸਿੱਖ ਸਾਧ, ਕਿ ਦੇਸ਼ ਦੁਆਬਾ ਤੇ ਪੁਆਧ ਦੇਸ਼ ਦੇ ਨਗਰਾਂ ਤੇ ਗ੍ਰਾਮਾਂ ਦੇ ਜਿਤਨੇ ਵੀ ਸਿੱਖ ਸੀ ਨਾ, ਇਹ ਸਾਰੇ ਖਬਰਾਂ ਸੁਣ ਸੁਣ ਕੇ, ਹੁਕਮ ਸੁਣ ਸੁਣ ਕੇ ਗੁਰੂ ਦੇ ਚਰਨਾਂ ਵਿੱਚ ਪਹੁੰਚਦੇ ਜਾਂਦੇ ਐ, ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਦੇ ਜਾਂਦੇ ਐ। ਜਿਹੜੀਆਂ ਵੀ ਕਾਮਨਾਵਾਂ ਆਪਣੇ ਹਿਰਦੇ ਵਿੱਚ ਲੈ ਕੇ ਜਾਂਦੇ ਆ ਨਾ, ਤੇ ਸਤਿਗੁਰਾਂ ਦੇ ਛੱਡੇ ਹੋਏ ਬਚਨ ਨੇ ਉਹ ਪੂਰੀਆਂ ਹੁੰਦੀਆਂ ਤੇ ਬੜੇ ਆਪੋ ਆਪਣੇ ਮਨ ਦੇ ਵਿੱਚ ਪ੍ਰਸੰਨ ਹੁੰਦੇ ਆ, ਬੜੇ ਪ੍ਰਸੰਨ ਹੁੰਦੇ ਆ ਕਿ ਬਈ ਅਸੀਂ ਆਪਣੇ ਮਨ ਦੇ ਵਿੱਚ ਆਹ ਕੁਛ ਸੋਚ ਕਰਕੇ ਆਏ ਸੀ ਤੇ ਸਤਿਗੁਰਾਂ ਨੇ ਬੜੀ ਵੱਡੀ ਰਹਿਮਤ ਵਰਤਾ ਦਿੱਤੀ। ਪੁਨ ਸਤਿਗੁਰ ਦਾਸੀ ਸਮਝਾਈ, ਪਣੀ ਨੁਖਾ ਟਿਗ ਸਗਲ ਸੁਣਾਈ, ਕਿ ਸਤਿਗੁਰੂ ਜੀ ਮਹਾਰਾਜ ਨੇ ਇੱਕ ਦਾਸੀ ਨੂੰ ਸਮਝਾਣਾ ਕੀਤਾ। ਕੀ ਸਮਝਾਣਾ ਕੀਤਾ ਦਾਸੀ ਨੂੰ? ਪਠੀ ਨੁਖਾ ਟਿਗ ਸਗਲ ਸੁਣਾਈ, ਕਿ ਉਸ ਨੂੰ ਸਭ ਕੁਝ ਸੁਣਾ ਆਪਣੀ ਵੱਡੀ ਨੂੰਹ ਦੇ ਪਾਸ ਭੇਜਣਾ ਕੀਤਾ। ਵੱਡੀ ਨੂੰਹ ਕੌਣ ਸੀ? ਬਾਬਾ ਗੁਰਦਿੱਤਾ ਜੀ ਦੀ ਧਰਮ ਸੁਪਤਨੀ, ਜਿਹਦੇ ਕੁੱਖ ਤੋਂ ਸ੍ਰੀ ਹਰਿਰਾਏ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ। ਵੱਡਾ ਧੀਰਮਲ ਸੀ ਤੇ ਛੋਟੇ ਸ੍ਰੀ ਹਰਿਰਾਏ ਸਾਹਿਬ ਸੀ।
ਹੁਣ ਸਤਿਗੁਰਾਂ ਨੇ ਇੱਕ ਦਾਸੀ ਨੂੰ ਭੇਜ ਕੇ ਤੇ ਆਪਣੀ ਨੂੰਹ ਨੂੰ ਭੇਜਣਾ ਬੁਲਾਉਣਾ ਕੀਤਾ ਹੈ ਤੇ ਨਾਲ ਇਹ ਵੀ ਹੁਕਮ ਦੇਣਾ ਕੀਤਾ ਕਿ ਧੀਰਮਲ ਨੂੰ ਵੀ ਲੈ ਕਰਕੇ ਆਓ। ਜਿਹੜਾ ਧੀਰਮਲ ਆਪਣੀ ਮਾਤਾ ਸਮੇਤ ਕਰਤਾਰਪੁਰ ਬੈਠਾ ਹੋਇਆ ਨਾ, ਤੇ ਮਨ ਦੇ ਵਿੱਚ ਖੋਟ ਹੈ, ਬੜੀਆਂ ਟੇਢੀਆਂ ਮੇਢੀਆਂ ਗੱਲਾਂ ਗੁਰੂ ਦੇ ਦਰਬਾਰ ਬਾਰੇ ਇਹ ਸੋਚਦਾ ਹੈ। ਹੁਣ ਦਾਸੀ ਨੂੰ ਕਿਹਾ ਕਿ ਇਹ ਗੁਰੂ ਦਰਬਾਰ ਦਾ ਹੁਕਮ ਦੇਣਾ ਕਿ ਤੁਸੀਂ ਸਾਰਿਆਂ ਨੇ ਜਲਦੀ ਇਹ ਹੁਕਮ ਸੁਣਦਿਆਂ ਸਾਰ ਕੀਰਤਨਪੁਰ ਸਾਹਿਬ ਪਹੁੰਚਣਾ ਹੈ, ਕਿਉਂਕਿ ਵਿਸ਼ੇਸ਼ ਤੌਰ ਤੇ ਕੋਈ ਕਾਰਜ ਜਿਹੜਾ ਉਲੀਕਿਆ ਜਾਣਾ ਹੈ। ਇਸ ਵਾਸਤੇ ਤੁਸੀਂ ਇਹ ਹੁਕਮ ਸੁਣ ਕਰਕੇ ਤੇ ਜਲਦੀ ਆਉਣਾ ਕਰੋ। ਸੁਣ ਗਮਨੀ ਤਾ ਪੁਰ ਕਰਤਾਰ, ਸੋ ਸੋ ਜਾਏ ਮਿਲੀ ਹਿਤ ਧਾਰ। ਕਿ ਦਾਸੀ ਨੇ ਜਦੋਂ ਹੁਣ ਸਤਿਗੁਰੂ ਜੀ ਮਹਾਰਾਜ ਦਾ ਹੁਕਮ ਮੰਨਿਆ ਨਾ, ਹੁਕਮ ਮੰਨ ਕਰਕੇ ਫਿਰ ਧੀਰਮਲ ਦੀ ਨਗਰੀ ਕਰਤਾਰਪੁਰ ਵਿਖੇ ਜਿੱਥੇ ਕਿ ਠਹਿਰਿਆ ਹੋਇਆ ਸੀ, ਫਿਰ ਉੱਥੇ ਪਹੁੰਚਣਾ ਕੀਤਾ ਤੇ ਪਹੁੰਚ ਕਰਕੇ ਧੀਰਮਲ ਤੇ ਉਹਦੀ ਮਾਤਾ ਨੂੰ ਮਿਲਣਾ ਕੀਤਾ। ਧੀਰਮਲ ਤੇ ਉਹਨਾਂ ਦੀ ਮਾਤਾ ਨੂੰ ਮਿਲਣਾ ਕੀਤਾ ਅਤੇ ਸਾਰੀ ਕਹਾਣੀ ਲਾਗੇ ਬੈਠ ਕਰਕੇ ਸਮਝਾਈ ਹੈ ਕਿ ਬੀਬਾ ਜੀ, ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੀਰੀ ਪੀਰ ਦੀ ਮਾਲਕ ਸੱਚੇ ਪਾਤਸ਼ਾਹ, ਤੁਹਾਡੇ ਸਹੁਰਾ ਸਾਹਿਬ ਨੇ ਤੁਹਾਨੂੰ ਕੀਰਤਨਪੁਰ ਸਾਹਿਬ ਬੁਲਾਣਾ ਕੀਤਾ ਤੇ ਉਹਨਾਂ ਦਾ ਵਿਸ਼ੇਸ਼ ਹੁਕਮ ਹੈ ਕਿ ਧੀਰਮਲ ਨੂੰ ਸਾਥ ਵਿੱਚ ਲੈ ਕਰਕੇ ਆਉਣਾ ਹੈ। ਤੁਹਾਡਾ ਦੋਹਾਂ ਦਾ ਇੱਥੇ ਆਉਣਾ ਜ਼ਰੂਰੀ ਹੈ, ਤੁਹਾਡਾ ਦੋਹਾਂ ਦਾ ਇੱਥੇ ਆਉਣਾ ਜ਼ਰੂਰੀ ਹੈ। ਇਸ ਵਾਸਤੇ ਤੁਸੀਂ ਜਲਦੀ ਉੱਥੇ ਪਹੁੰਚਣਾ ਕਰੋ। ਤੇ ਨਾਲ ਹੁਣ ਦਾਸੀ ਨੇ ਇਹ ਵੀ ਦੱਸ ਦਿੱਤਾ ਕਿ ਸਤਿਗੁਰੂ ਜੀ ਮਹਾਰਾਜ ਦੀ ਤੁਹਾਡੇ ਛੋਟੇ ਪੁੱਤਰ ਸ੍ਰੀ ਹਰਿਰਾਏ ਜੀ ਉੱਤੇ ਬੜੀ ਵੱਡੀ ਕਿਰਪਾ ਹੈ, ਬੜੀ ਰਹਿਮਤ ਹੈ। ਇਦਾਂ ਕਹਿ ਲਓ ਕਿ ਗੱਲਾਂ ਗੱਲਾਂ ਵਿੱਚ ਇਸ਼ਾਰਾ ਕਰ ਦਿੱਤਾ ਕਿ ਸਤਿਗੁਰੂ ਜੀ ਮਹਾਰਾਜ ਆਪਣਾ ਅੰਤਲਾ ਸਮਾਂ ਨੇੜੇ ਜਾਣ ਕਰਕੇ ਤੁਹਾਡੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿਰਾਏ ਜੀ ਨੂੰ ਗੁਰਤਾ ਗੱਦੀ ਉੱਤੇ ਬਿਠਾਉਣਾ ਚਾਹੁੰਦੇ ਹੈ। ਕਿ ਇਸ ਗੱਲ ਨੂੰ ਗੱਲਾਂ ਗੱਲਾਂ ਵਿੱਚ ਸਮਝਾ ਦਿੱਤਾ ਦਾਸੀ ਨੇ ਕਿ ਤੁਹਾਡੇ ਛੋਟੇ ਸਾਹਿਬਜ਼ਾਦੇ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਹੈ, ਦੇਣਗੇ ਸਤਿਗੁਰੂ ਜੀ ਮਹਾਰਾਜ। ਤੂੰ ਜੇ ਨਿਕਟ ਰਹੇ ਅਨੁਸਾਰੀ, ਜੇਸ਼ਟ ਭਰਾਤ ਮਹਾਮਤ ਧਾਰੀ। ਕਿ ਜੇ ਤੁਸੀਂ ਉਸ ਦੇ ਅਨੁਸਾਰੀ, ਉਹਨਾਂ ਦੇ ਅਨੁਸਾਰੀ ਹੋ ਕਰਕੇ ਰਹੋਗੇ ਤਾਂ ਤੁਹਾਨੂੰ ਮਹਾਨ ਬੁੱਧੀ ਵਾਲੇ ਜਾਣਨਾ ਕਰਨਗੇ ਤੇ ਤੁਸੀਂ ਵੀ ਆਨੰਦ ਲੈਣਾ ਕਰੋਗੇ। ਜੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਤੇ ਲਾਗੇ ਰਹੋਗੇ ਤੇ ਤੁਹਾਡੇ ਉੱਤੇ ਵੀ ਬੜੀ ਵੱਡੀ ਕਿਰਪਾ ਹੋਏਗੀ। ਉਚਿਤ ਇਹੋ ਹੈ ਕਿ ਤੁਸੀਂ ਚੱਲਣਾ ਕਰੋ ਤੇ ਚੱਲ ਕਰਕੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਕਰੋ। ਕਹਿਣ ਦਾ ਭਾਵ ਕਿ ਦਾਸੀ ਇਹ ਕਹਿਣਾ ਚਾਹੁੰਦੀ ਸੀ ਕਿ ਤੁਹਾਡੇ ਘਰ ਦੇ ਵਿੱਚ ਗੁਰਤਾ ਗੱਦੀ ਆ ਰਹੀ ਹੈ, ਕਿਉਂਕਿ ਸੂਰਜਮਲ ਵੀ ਤੇ ਹੈਗੇ ਹੈ, ਤੇਗ ਬਹਾਦਰ ਜੀ ਵੀ ਹੈਗੇ ਹੈ, ਪਰ ਉਹਨਾਂ ਨੂੰ ਛੱਡ ਕਰਕੇ ਤੁਹਾਡੇ ਸਾਹਿਬਜ਼ਾਦੇ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਭਾਵੇਂ ਛੋਟਾ ਹੈ ਤੇ ਭਾਵੇਂ ਵੱਡਾ ਹੈ, ਗੁਰਤਾ ਗੱਦੀ ਤੇ ਤੁਹਾਡੇ ਘਰ ਵਿੱਚ ਆਉਣੀ ਹੈ ਨਾ। ਦਾਸੀ ਇਹ ਗੱਲ ਸਮਝਾਉਣਾ ਚਾਹੁੰਦੀ ਸੀ ਕਿ ਤੁਸੀਂ ਚੱਲੋ। ਸਤਿਗੁਰਾਂ ਨੇ ਬਹੁਤ ਸਾਰੀਆਂ ਸੰਗਤਾਂ ਸਾਰੀਆਂ ਦਿਸ਼ਾਵਾਂ ਤੋਂ ਇਕੱਤਰ ਕੀਤੀਆਂ, ਚੱਲ ਕਰਕੇ ਦੇਖੋ ਕੀਰਤਨਪੁਰ ਸਾਹਿਬ ਦੇ ਆਲੇ ਦੁਆਲੇ ਸੰਗਤਾਂ ਦੇ ਤੰਬੂ ਹੀ ਤੰਬੂ ਲੱਗੇ ਹੋਏ ਐ। ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇਕੱਤਰ ਹੋਈਆਂ। ਪ੍ਰਿਥ ਕਰੈਨ ਤੁਝ ਕਉ ਬਨ ਆਵੇ, ਗੁਰ ਤੇ ਗੁਰਤਾ ਕਹੋ ਨ ਪਾਵੇ। ਤੇ ਨਾਲ ਹੀ ਦਾਸੀ ਨੇ ਕਿਹਾ ਕਿ ਇਦਾਂ ਤੁਹਾਡਾ ਪਰਿਵਾਰ ਤੋਂ ਵੱਖ ਰਹਿਣਾ ਇਹ ਵੀ ਠੀਕ ਨਹੀਂ। ਕਿ ਧੀਰਮਲ ਜੀ, ਜਿੱਦਾਂ ਤੁਸੀਂ ਸਾਰੇ ਪਰਿਵਾਰ ਤੋਂ ਵੱਖ ਹੋ ਕੇ ਬਹਿ ਗਏ ਹੋ, ਪਰਿਵਾਰ ਤੋਂ ਨਿਖੜ ਕਰਕੇ ਕਦਾਚਿਤ ਕੋਈ ਪ੍ਰਾਪਤੀ ਨਹੀਂ ਹੁੰਦੀ। ਇਸੇ ਕਰਕੇ ਤੁਸੀਂ ਗੁਰਤਾ ਗੱਦੀ ਤੋਂ ਵਾਂਝੇ ਰਹਿਣਾ ਕੀਤਾ। ਜੇ ਹੁਕਮ ਨਹੀਂ ਮੰਨਿਆ, ਗੁਰੂ ਦੇ ਘਰ ਦਾ ਹੁਕਮ ਨਹੀਂ ਮੰਨਣਾ ਕੀਤਾ। ਇਤਿਆਦਿਕ ਬੜਾ ਕੁਛ ਦਾਸੀ ਨੇ ਸਮਝਾਇਆ। ਲਾਗੇ ਬੈਠ ਕਰਕੇ ਨਾ ਧੀਰਮਲ ਵੀ ਬੈਠਾ ਹੋਇਆ, ਇਹਨਾਂ ਦੇ ਮਾਤਾ ਜੀ ਵੀ ਬੈਠੇ ਹੋਏ ਨੇ,
ਤੇ ਦਾਸੀ ਨੇ ਬੜੀਆਂ ਸਾਰੀਆਂ ਸੋਹਣੀਆਂ ਸੋਹਣੀਆਂ ਬਾਤਾਂ ਕਰਕੇ ਸਮਝਾਣਾ ਕੀਤਾ, ਪਰ ਧੀਰਮਲ ਨੇ ਇਹ ਸਭ ਕੁਝ ਸੁਣ ਕਰਕੇ ਤੇ ਕਹਿਣਾ ਕੀਤਾ। ਧੀਰਮਲ ਨੇ ਜਿਵੇਂ ਜਿਵੇਂ ਸੁਣਦਾ ਗਿਆ ਨਾ ਤੇ ਸੁਣ ਕਰਕੇ ਕਹਿਣਾ ਕੀਤਾ, ਮੋਹ ਟਿਗ ਅਹੇ ਗ੍ਰੰਥ ਵਡਿਆਈ, ਤਿਸੀ ਜੂਰ ਲਿਓ ਗੁਰਤਾ ਪਾਈ। ਧੀਰਮਲ ਕਹਿਣ ਲੱਗਾ, ਦਾਸੀ ਜੀ ਮੈਨੂੰ ਬਹੁਤੇ ਸਮਝਾਉਣ ਦੀ ਲੋੜ ਨਹੀਂ, ਮੈਨੂੰ ਬਹੁਤਾ ਸਮਝਾਉਣ ਦੀ ਲੋੜ ਨਹੀਂ। ਤੁਸੀਂ ਆਪਣੀ ਜਿਹੜੀ ਮੱਤ ਹੈ, ਆਪਣੀ ਸਮਝ ਆਪਣੇ ਪਾਸ ਰੱਖੋ ਕਿ ਮੇਰੇ ਪਾਸ ਗ੍ਰੰਥ ਦੀ ਵਡਿਆਈ ਹੈ, ਜਿਹੜੇ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਵਿੱਚ ਜਿਹਦੀ ਰਚਨਾ ਕਰਨਾ ਕੀਤੀ ਹੈ, ਜਿਹਦੀ ਰਚਨਾ ਕਰਨਾ ਕੀਤੀ ਹੈ ਨਾ, ਉਹ ਗ੍ਰੰਥ ਸਾਹਿਬ ਦੀ ਮੇਰੇ ਪਾਸ ਵਡਿਆਈ ਹੈ। ਉਹਦੇ ਜੂਰ ਦੇ ਨਾਲ ਮੈਂ ਗੁਰਤਾ ਗੱਦੀ ਲੈਣਾ ਕੀਤੀ ਹੈ। ਕਹਿਣ ਦਾ ਭਾਵ ਕਿ ਧੀਰਮਲ ਆਪਣੇ ਆਪ ਨੂੰ ਗੁਰੂ ਸਮਝਦਾ ਸੀ, ਕਿਉਂਕਿ ਜਦੋਂ ਸਤਿਗੁਰੂ ਜੀ ਮਹਾਰਾਜ ਕਰਤਾਰਪੁਰ ਤੋਂ ਆਏ ਨਾ ਗੁਰੂ ਰੂਪ ਸਾਧ ਸੰਗਤ ਜੀ, ਤੇ ਧੀਰਮਲ ਨੇ ਸਤਿਗੁਰਾਂ ਦਾ ਸਰੂਪ ਜਿਹੜਾ ਉਹ ਲੁਕਾ ਕਰਕੇ ਰੱਖ ਲਿਆ। ਭਾਵੇਂ ਭਾਈ ਬਿਧੀ ਚੰਦ ਜੀ ਨੇ ਬੜਾ ਕੁਛ ਕਿਹਾ, ਪਰ ਦੇਣਾ ਨਹੀਂ ਕੀਤਾ, ਲੁਕਾ ਲਿਆ। ਵਾਹਿਗੁਰੂ। ਧੀਰਮਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੁਕੋ ਕਰਕੇ ਰੱਖ ਲਿਆ, ਦੇਣਾ ਨਹੀਂ ਕੀਤਾ। ਭਾਵੇਂ ਭਾਈ ਬਿਧੀ ਚੰਦ ਜੀ ਨੇ ਬੜਾ ਸਾਰਾ ਸਮਝਾਇਆ, ਪਰ ਇਹਨੇ ਕਮਰੇ ਵਿੱਚ ਬੰਦ ਕਰਕੇ ਰੱਖ ਲਿਆ, ਦਿੱਤਾ ਨਹੀਂ। ਹੁਣ ਇਹ ਵਡਿਆਈ ਸਮਝਦਾ ਇਹਦੇ ਵਿੱਚ ਕਿ ਮੈਂ ਗੁਰੂ ਹਾਂ। ਇਹਨੇ ਦਾਸੀ ਨੂੰ ਸਭ ਕੁਝ ਸੁਣ ਕੇ ਕਹਿ ਦਿੱਤਾ। ਕਹਿਣ ਲੱਗਾ, ਦਾਸੀ ਤੂੰ ਆਪਣੀ ਸਮਝ ਆਪਣੇ ਪਾਸ ਰੱਖ, ਮੈਨੂੰ ਬਹੁਤਾ ਸਮਝਾਉਣ ਦੀ ਲੋੜ ਨਹੀਂ ਕਿ ਗੁਰਤਾ ਗੱਦੀ ਮੇਰੇ ਪਾਸ ਹੀ ਹੈ, ਕਿਉਂਕਿ ਜੋ ਅਸਲ ਵਸਤੂ ਹੈ ਗੁਰੂ ਘਰ ਦੀ ਉਹ ਮੇਰੇ ਪਾਸ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਪਾਸ ਹੈ ਤੇ ਮੈਂ ਹੀ ਗੁਰੂ ਹਾਂ। ਮੈਂ ਆਪਣੇ ਜ਼ੋਰ ਦੇ ਨਾਲ ਇਹ ਵਡਿਆਈ ਲੈ ਲੈਣੀ ਹੈ ਤੇ ਮੇਰੇ ਪਾਸ ਹੀ ਮੈਂ ਲੈਣਾ ਕੀਤੀ ਹੈ। ਇਹ ਗੁਰਸਿੱਖੀ ਦੀ ਨਿਸ਼ਾਨੀ ਮੇਰੇ ਪਾਸ ਹੈ। ਅਹੇ ਵੱਢਣ ਕੀ ਬੜੀ ਨਿਸ਼ਾਨੀ, ਸਿੱਖ ਸੰਗਤ ਅਸ ਕੋ ਨਹਿ ਮਾਨੀ। ਕਿ ਇਹ ਵੱਡਿਆਂ ਦੀ ਵੱਡੀ ਨਿਸ਼ਾਨੀ ਹੈ, ਇਹ ਵੱਡਿਆਂ ਦੀ ਵੱਡੀ ਨਿਸ਼ਾਨੀ ਹੈ ਜਿਹੜੀ ਕਿ ਮੇਰੇ ਪਾਸ ਹੈ, ਕਿ ਸਿੱਖ ਸੰਗਤ ਕਿਉਂ ਨਹੀਂ ਇਸ ਨੂੰ ਮੰਨੇਗੀ ਕਿ ਇਹਨਾਂ ਤੋਂ ਬਾਅਦ ਮੈਨੂੰ ਹੀ ਗੁਰੂ ਮੰਨਣਾ ਕਰੇਗੀ। ਇਹਨਾਂ ਤੋਂ ਬਾਅਦ ਮੈਨੂੰ ਹੀ ਗੁਰੂ ਮੰਨਣਾ ਕਰਨਗੇ, ਨਾ ਕਿ ਮੇਰੇ ਛੋਟੇ ਭਰਾ ਨੂੰ ਕੋਈ ਗੁਰੂ ਮੰਨੇਗਾ। ਜਾਨੀ ਜਾਣ ਸਤਿਗੁਰੂ ਜੀ ਮਹਾਰਾਜ ਜਾਣਦੇ ਸੀ, ਸਤਿਗੁਰਾਂ ਨੂੰ ਪਤਾ ਸੀ ਕਿ ਧੀਰਮਲ ਜੇ ਆਪਣੇ ਪਿਤਾ ਦੇ ਭੋਗ ਤੇ ਨਹੀਂ ਆਇਆ, ਪ੍ਰੋਗਰਾਮ ਤੇ ਨਹੀਂ ਆਇਆ, ਤੇ ਹੁਣ ਕਦੋਂ ਆਉਣ ਲੱਗਾ, ਕਿਉਂਕਿ ਉਹ ਗੁਰਤਾ ਗੱਦੀ ਭਾਲਦਾ ਹੈ। ਪਰ ਗੁਰਤਾ ਗੱਦੀ ਲੈਣ ਵਾਲੇ ਕੋਈ ਵੀ ਤੌਰ ਤਰੀਕੇ ਉਹਦੇ ਪਾਸ ਨਹੀਂ, ਤੇ ਨਾ ਹੀ ਉਹਦੇ ਹਿਰਦੇ ਵਿੱਚ ਰੱਬ ਦੀ ਬੰਦਗੀ ਵਸਣਾ ਕੀਤੀ ਹੈ, ਨਾ ਹੀ ਬੰਦਗੀ ਵਸਣਾ ਕੀਤੀ ਹੈ। ਹੁਣ ਸਤਿਗੁਰਾਂ ਨੇ ਇਹ ਸੁਨੇਹਾ ਤੇ ਭੇਜਿਆ, ਪਰ ਧੀਰਮਲ ਨੇ ਬੜੀਆਂ ਸਾਰੀਆਂ ਗੱਲਾਂ ਬਣਾ ਕਰਕੇ ਤੇ ਦਾਸੀ ਨੂੰ ਜਵਾਬ ਦੇਣਾ ਕੀਤਾ ਹੈ। ਕਹਿਣ ਲੱਗਾ ਕਿ ਮੈਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਵੱਖ ਰਿਹਾ, ਕਿ ਹੁਣ ਮੈਂ ਕਿਸੇ ਨੂੰ ਵੀ ਸ੍ਰੀ ਗ੍ਰੰਥ ਸਾਹਿਬ ਨਹੀਂ ਦੇਵਾਂਗਾ ਤੇ ਨਾ ਹੀ ਮੇਰੇ ਪਾਸੋਂ ਕੋਈ ਲੈ ਸਕਦਾ ਹੈ। ਧੀਰਮਲ ਨੇ ਠੋਕਵਾਂ ਜਵਾਬ ਦੇ ਦਿੱਤਾ। ਕਹਿਣ ਲੱਗਾ ਕਿ ਮੇਰੇ ਪਾਸੋਂ ਕੋਈ ਸ੍ਰੀ ਗ੍ਰੰਥ ਸਾਹਿਬ ਲੈ ਨਹੀਂ ਸਕਦਾ, ਨਾ ਹੀ ਮੈਂ ਦਿਆਂਗਾ, ਤੇ ਗੁਰੂ ਵੀ ਮੈਂ ਹੀ ਆ। ਸਾਰੀਆਂ ਸੰਗਤਾਂ ਵੱਡਿਆਂ ਦੀ ਵੱਡੀ ਨਿਸ਼ਾਨੀ ਦੇਖ ਕੇ ਤੇ ਮੈਨੂੰ ਹੀ ਗੁਰੂ ਮੰਨਣਗੇ ਕਿ ਤੁਰਕਾਂ ਦੇ ਬਾਦਸ਼ਾਹ ਦੇ ਨਾਲ ਮੇਰੀ ਸੱਥਰ ਪੈਂਦੀ ਹੈ, ਤੁਰਕਾਂ ਦੇ ਬਾਦਸ਼ਾਹ ਦੇ ਨਾਲ ਮੇਰੀ ਸੱਥਰ ਪੈਂਦੀ ਹੈ, ਅਤੇ ਸਦਾ ਹੀ ਮੈਂ ਉਹਨਾਂ ਦੇ ਸਾਥ ਵਿੱਚ ਰਹਿਣਾ, ਉਹਨਾਂ ਦੀ ਆਗਿਆ ਵਿੱਚ ਰਹਿਣਾ, ਤੇ ਇਸੇ ਤਰ੍ਹਾਂ ਹੀ ਮੈਂ ਇਸ ਨਗਰ ਦੇ ਵਿੱਚ ਗੁਰਤਾ ਗੱਦੀ ਤੇ ਸਥਾਪਿਤ ਰਹਾਂਗਾ। ਧੀਰਮਲ ਆਪਣੀ ਅੜੀ ਤੇ ਪਰਪੱਕ ਹੈ। ਧੀਰਮਲ ਇਹ ਗੱਲ ਨਹੀਂ ਮੰਨਣੀ ਚਾਹੁੰਦਾ, ਕਿਉਂਕਿ ਜੋ ਉਹਦੇ ਮਨ ਦੇ ਵਿੱਚ ਗੱਲਾਂ ਨੇ ਉਹਨੇ ਉਹ ਸਾਰੀਆਂ ਬਣਾ ਸਵਾਰ ਕੇ
ਤੇ ਦਾਸੀ ਨੂੰ ਜਵਾਬ ਦੇਣਾ ਚਾਹੁੰਦਾ ਸੀ। ਜੋ ਨੌਕਰੀ ਬਿਗੜੈ ਨਾਹੀ, ਸੁਖ ਸੋ ਬਸੋ ਸਦਾ ਪੁਰ ਮਾਹੀ। ਕਹਿਣ ਲੱਗਾ ਕਿ ਮੈਂ ਉਹਨਾਂ ਨੂੰ ਤਨਖਾਹ ਦੇਵਾਂਗਾ ਜਿਹੜਾ ਕਿ ਬਾਦਸ਼ਾਹ ਦੇ ਨਾਲ ਨਾ ਵਿਗੜੇ। ਹੁਣ ਧੀਰਮਲ ਨੇ ਬੜੀਆਂ ਸਾਰੀਆਂ ਗੱਲਾਂ ਆਪਣੀ ਵਡਿਆਈ ਦੀਆਂ ਮਾਰ ਕੇ ਤੇ ਦਾਸੀ ਨੂੰ ਕਹਿਣਾ ਕੀਤਾ। ਕਹਿੰਦਾ ਕਿ ਮੈਂ ਇਸ ਨਗਰ ਦੇ ਵਿੱਚ ਬੜੇ ਸੁੱਖ ਦੇ ਨਾਲ ਵਸਾਂਗਾ, ਕਿਉਂਕਿ ਬਾਦਸ਼ਾਹ ਦੇ ਨਾਲ ਮੇਰੀ ਗੱਲਬਾਤ ਹੈ, ਮੇਰਾ ਹੱਥ ਰਲਿਆ ਹੋਇਆ ਉਹਦੇ ਨਾਲ। ਮੈਂ ਸਦਾ ਹੀ ਪੱਤਰਕਾ ਲਿਖ ਕੇ ਤੇ ਉਹਨਾਂ ਦਾ ਹਾਲ ਚਾਲ ਪੁੱਛਦਾ ਰਹਿਣਾ ਤੇ ਬਾਦਸ਼ਾਹ ਸਲਾਮਤ ਨੂੰ ਕਹਿੰਦਾ ਰਹਿਣਾ ਕਿ ਬਾਦਸ਼ਾਹ ਸਲਾਮਤ, ਮੈਂ ਕਦਾਚਿਤ ਵੀ ਤੁਹਾਡੇ ਤੋਂ ਬਾਹਰ ਨਹੀਂ, ਜੋ ਤੁਹਾਡੇ ਰਾਜ ਭਾਗ ਦਾ ਹੁਕਮ ਹੋਏਗਾ ਉਹਦੇ ਅਨੁਸਾਰ ਹੀ ਹੋ ਕਰਕੇ ਰਹਾਂਗਾ, ਤੇ ਫਿਰ ਮੇਰੇ ਉੱਤੇ ਕੋਈ ਵੀ ਵਾਅਦਾ ਨਹੀਂ ਕਰੇਗਾ। ਮੈਂ ਕਿਸੇ ਝਗੜੇ ਵਿੱਚ ਪੈਣਾ ਨਹੀਂ ਚਾਹੁੰਦਾ ਤੇ ਮੈਂ ਸੁੱਖ ਦੇ ਨਾਲ ਇੱਥੇ ਰਹਾਂਗਾ। ਪਰ ਜਦੋਂ ਇਤਨੀਆਂ ਗੱਲਾਂ ਕੀਤੀਆਂ ਨਾ, ਇਹ ਸਾਰੀਆਂ ਗੱਲਾਂ ਸੁਣ ਕੇ ਧੀਰਮਲ ਦੀ ਮਾਤਾ ਨੇ ਬੜਾ ਸਾਰਾ ਸਮਝਾਇਆ। ਕਹਿਣ ਲੱਗੀ, ਧੀਰਮਲ ਜੀ ਪੁੱਤਰਾ, ਤੂੰ ਪਹਿਲੋਂ ਵੀ ਗੁਰੂ ਦਰਬਾਰ ਦਾ ਹੁਕਮ ਨਹੀਂ ਮੰਨਿਆ, ਆਪਣੇ ਪਿਤਾ ਦੇ ਅੰਤਲੇ ਸਮਾਗਮ ਤੇ ਕੀਰਤਨਪੁਰ ਸਾਹਿਬ ਨਹੀਂ ਪਹੁੰਚਣਾ ਕੀਤਾ, ਪਰ ਹੁਣ ਤੈਨੂੰ ਜਵਾਬ ਨਹੀਂ ਦੇਣਾ ਚਾਹੀਦਾ ਤੇ ਆਪਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਜਾ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਕਿਉਂਕਿ ਗੁਰਤਾ ਗੱਦੀ ਤੇ ਆਪਣੇ ਘਰ ਵਿੱਚ ਹੀ ਆਉਣੀ ਹੈ ਨਾ। ਤੇਰਾ ਛੋਟੇ ਭਰਾ ਉੱਤੇ ਬੜੀ ਵੱਡੀ ਰਹਿਮਤ ਹੋਈ ਸਤਿਗੁਰਾਂ ਦੀ, ਤੇ ਤੇਰੇ ਛੋਟੇ ਭਰਾ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਰਹੀ ਹੈ। ਇਸ ਵਾਸਤੇ ਤੈਨੂੰ ਆਨਾਕਾਨੀ ਨਹੀਂ ਕਰਨੀ ਚਾਹੀਦੀ, ਤੈਨੂੰ ਚੱਲਣਾ ਚਾਹੀਦਾ ਹੈ ਤੇ ਚੱਲ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਤਉ ਵਿਚਾਰ ਹੀਰ ਮਨ ਮਾਹੀ, ਬਿਗੜੈ ਕਹਾਂ ਗਏ ਗੁਰ ਪਾਹੀ। ਕਿ ਆਪਣੇ ਮਨ ਦੇ ਵਿੱਚ ਧੀਰਮਲ ਜੀ ਵਿਚਾਰ ਕਰਕੇ ਦੇਖੋ ਕਿ ਸਤਿਗੁਰਾਂ ਦੇ ਪਾਸ ਜਾਣ ਨਾਲ ਸਾਡਾ ਕੀ ਵਿਗੜੇਗਾ, ਕਿ ਉੱਥੇ ਜਾਣ ਦੇ ਨਾਲ ਕੁਛ ਤੇਰਾ ਵਿਗਾੜ ਨਹੀਂ ਹੋਣਾ, ਸਗੋਂ ਉੱਥੋਂ ਕੁਛ ਨਾ ਕੁਛ ਪ੍ਰਾਪਤ ਹੋਏਗਾ ਧੀਰਮਲ। ਤੇ ਨਾਲ ਹੀ ਕਿਸੇ ਤਰ੍ਹਾਂ ਜੇ ਤੂੰ ਆਪਣੇ ਮਨ ਦੇ ਵਿੱਚ ਡਰ ਧਾਰਨ ਕਰਦਾ ਕਿ ਸਤਿਗੁਰੂ ਜੀ ਮੇਰੇ ਪਾਸੋਂ ਸ੍ਰੀ ਗ੍ਰੰਥ ਸਾਹਿਬ ਖੋਹ ਲੈਣਗੇ, ਪਰ ਮੈਂ ਵੀ ਕਹਿ ਦੇਵਾਂਗੇ ਤੇ ਨਾਲ ਤੁਸੀਂ ਨਾਲ ਲੈ ਕਰਕੇ ਨਾ ਜਾਓ ਤੇ ਫਿਰ ਕਿੱਥੋਂ ਖੋਹ ਲੈਣਗੇ। ਧੀਰਮਲ ਦੇ ਮਾਤਾ ਜੀ ਨੇ ਸਮਝਾਣਾ ਕੀਤਾ, ਧੀਰਮੱਲਾ ਮੈਂ ਵੀ ਕਵਾਂਗੀ ਤੇ ਨਾਲ ਤੂੰ ਗ੍ਰੰਥ ਸਾਹਿਬ ਜਦੋਂ ਨਾਲ ਲੈ ਕੇ ਨਹੀਂ ਜਾਵੇਂਗਾ ਤੇ ਫਿਰ ਕੌਣ ਤੇਰੇ ਪਾਸੋਂ ਖੋਹ ਲਵੇਗਾ। ਇਹ ਵਡਿਆਈ ਤੇ ਤੇਰੇ ਪਾਸ ਰਹਿਣਾ ਕਰੇਗੀ, ਜਿਹਦੇ ਉੱਤੇ ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਹੋਏਗੀ, ਉਹਨੂੰ ਗੁਰਤਾ ਗੱਦੀ ਉੱਤੇ ਸੁਭਾਏਮਾਨ ਕਰ ਦੇਣਗੇ। ਹੁਣ ਧੀਰਮਲ ਦੇ ਮਾਤਾ ਜੀ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਧੀਰਮੱਲਾ ਜੇ ਆਪਾਂ ਉੱਥੇ ਜਾਈਏ ਤੇ ਕੀ ਪਤਾ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਕੇ ਤੈਨੂੰ ਹੀ ਗੁਰਤਾ ਗੱਦੀ ਤੇ ਬਿਠਾ ਦੇਣ। ਸਮਝਾਉਣਾ ਚਾਹੁੰਦੇ ਸੀ, ਪਰ ਧੀਰਮਲ ਆਪਣੀ ਅੜੀ ਤੇ ਅੜਿਆ ਹੋਇਆ। ਕਹਿਣ ਲੱਗਾ ਕਿ ਮੈਂ ਪਹਿਲੋਂ ਹੀ ਗੁਰੂ ਆ, ਵੱਡੇ ਸਤਿਗੁਰਾਂ ਦੀ ਵੱਡੀ ਨਿਸ਼ਾਨੀ ਮੇਰੇ ਪਾਸ ਹੈ, ਮੈਨੂੰ ਕੌਣ ਹਟਾ ਸਕਦਾ ਗੁਰਤਾ ਗੱਦੀ ਤੋਂ। ਕਿ ਦਾਦਾ ਗੁਰੂ ਜੀ ਤੋਂ ਬਾਅਦ ਸਾਰੀਆਂ ਸੰਗਤਾਂ ਮੈਨੂੰ ਹੀ ਗੁਰੂ ਮੰਨਣਗੀਆਂ, ਕਿਉਂਕਿ ਸ੍ਰੀ ਗ੍ਰੰਥ ਸਾਹਿਬ ਮੇਰੇ ਪਾਸ ਹੈ, ਵੱਡੀ ਨਿਸ਼ਾਨੀ ਮੇਰੇ ਪਾਸ ਹੈ। ਫਿਰ ਹੋਰ ਕੋਈ ਵੀ ਗੁਰਤਾ ਗੱਦੀ ਦਾ ਹੱਕਦਾਰ ਨਹੀਂ। ਸਾਰੀਆਂ ਵਿਧੀਆਂ ਅਨੁਸਾਰ ਮੈਂ ਗੁਰੂ ਆ ਤੇ ਮੇਰੀ ਪੂਜਾ ਹੋਵੇਗੀ। ਤੇ ਬਾਦਸ਼ਾਹ ਦੇ ਨਾਲ ਵੀ ਮੇਰੀ ਇੱਕੋ ਗੱਲ ਹੈ, ਬਾਦਸ਼ਾਹ ਦੇ ਨਾਲ ਵੀ ਇੱਕੋ ਗੱਲ ਹੈ, ਪਰ ਮੈਨੂੰ ਕੋਈ ਵੀ ਗੁਰਤਾ ਗੱਦੀ ਤੋਂ ਹਟਾ ਨਹੀਂ ਸਕੇਗਾ, ਨਾ ਹੀ ਸ੍ਰੀ ਗ੍ਰੰਥ ਸਾਹਿਬ ਮੇਰੇ ਪਾਸੋਂ ਕੋਈ ਲੈ ਸਕੇਗਾ। ਭਾਵੇਂ ਮਾਤਾ ਨੇ ਬਹੁਤ ਸਾਰਾ ਸਮਝਾਇਆ, ਦਾਸੀ ਨੇ ਵੀ ਸਮਝਾਇਆ, ਪਰ ਧੀਰਮਲ ਇਸ ਗੱਲ ਨੂੰ ਕਦਾਚਿਤ ਪ੍ਰਵਾਨ ਨਹੀਂ ਕਰਨਾ ਚਾਹੁੰਦਾ। ਕਹਿੰਦਾ ਮੈਂ ਨਹੀਂ ਜਾਵਾਂਗਾ, ਕਦਾਚਿਤ ਨਹੀਂ ਜਾਵਾਂਗਾ, ਕਿਉਂਕਿ ਮੈਨੂੰ ਕੀ ਲੋੜ ਪਈ ਹੈ ਕਿ ਮੈਂ ਉੱਥੇ ਜਾ ਕਰਕੇ ਕੋਈ ਵਿਗਾੜ ਪਾ ਲਵਾਂ ਆਪਣੇ ਵਾਸਤੇ। ਉਹਨਾਂ ਤੋਂ ਬਾਅਦ ਤੇ ਆਟੋਮੈਟਿਕਲੀ ਮੈਂ ਗੁਰੂ ਆ, ਮੇਰੇ ਪਾਸ ਵੱਡੀ ਨਿਸ਼ਾਨੀ ਹੈ ਤੇ ਕੋਈ ਵੀ ਮੈਨੂੰ ਗੁਰਤਾ ਗੱਦੀ ਤੋਂ ਲਾਂਭੇ ਨਹੀਂ ਕਰ ਸਕੇਗਾ। ਸਾਰੇ ਲੋਕ ਮੇਰੀ ਪੂਜਾ ਕਰਨਗੇ। ਇਸ ਗੱਲ ਤੇ ਅੜਿਆ ਹੋਇਆ। ਸੋ ਅੱਜ ਇੱਥੇ ਸਮਾਪਤੀ।
ਕੱਲ ਨੂੰ ਫੇਰ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨਗੇ। ਇਸ ਤੋਂ ਅੱਗੇ ਜਿੱਦਾਂ ਵੀ ਸਤਿਗੁਰਾਂ ਦੇ ਘਰ ਦਾ ਇਤਿਹਾਸ ਆਏਗਾ, ਜੇ ਸਤਿਗੁਰਾਂ ਦੀ ਰਹਿਮਤ ਹੋਏਗੀ ਤੇ ਕੱਲ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ। ਬੇਨਤੀ ਕਰਾਂਗੇ ਜਿਤਨਾ ਵੀ ਹੋ ਸਕੇ ਮਨ ਬਿਰਤੇ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ, ਪਵਿੱਤਰ ਇਤਿਹਾਸ ਸੁਣ ਕਰਕੇ, ਮਨ ਕਰਕੇ, ਹਿਰਦੇ ਵਿੱਚ ਵਸਾ ਕੇ ਲਾਹੇ ਲੈ ਕੇ ਧੰਨਤਾ ਦੇ ਯੋਗ ਬਣੀਏ। ਸਤਿਗੁਰੂ ਜੀ ਸਮਰੱਥ ਨੇ, ਕਿਰਪਾ ਦੇ ਦਾਤੇ ਹੈ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਗੇ। ਸਾਡਾ ਵੀ ਜੀਵਨ ਸਵਰ ਜਾਏਗਾ ਤੇ ਅਸੀਂ ਵੀ ਧੰਨਤਾ ਦੇ ਯੋਗ ਬਣ ਜਾਵਾਂਗੇ। ਕਥਾ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿੰਦ ਪਿਤਾ, ਉੱਥੇ ਆਪ ਰੱਬ ਵਰਗੀਆਂ ਗੁਰੂ ਕੀਆਂ ਸਿੱਖ ਸੰਗਤਾਂ ਜੁੜ ਬੈਠੇ ਹੋ। ਕਿਰਪਾ ਕਰਿਓ, ਆਪਣੇ ਦਾਸਾਂ ਦੇ ਸਿਰ ਭਰਿਆ ਹੱਥ ਰੱਖਿਓ, ਤਾਂ ਕਿ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕਰਕੇ ਧੰਨਤਾ ਦੇ ਯੋਗ ਬਣ ਸਕੀਏ। ਬਹੁਤ ਬਹੁਤ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਦਾਸਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਦਾਸ ਇਸੇ ਤਰ੍ਹਾਂ ਹੀ ਆਪ ਸੰਗਤਾਂ ਦੇ ਚਰਨਾਂ ਦੀ ਸੇਵਾ ਕਰਕੇ ਧੰਨਤਾ ਦੇ ਯੋਗ ਪਾਉਂਦੇ ਰਹੀਏ। ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਸ਼ਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।